वाहिगुरू जी का खालसा वाहिगुरू जी की फतेह। इस वक्त असी ਸਿੰਘੂ ਬਾਰਡਰ ਦੇ ਵਿੱਚ मौजूद है। कल का दिन भी सारा लंघ गया सी सर्वे करते ते रात ਨੂੰ हरियाणा वाले भी अपने विचार ਸਾਂਝ ਕੀਤੇ ਸੀ ਤੇ ਹੁਣ ਅਸੀਂ ਇਸ ਵਕਤ ਸਿੰਘੂ ਬਾਰਡਰ ਦੇ ਵਿੱਚ ਜਿਹੜਾ ਸਟੇਜ ਲੱਗਿਆ ਉਹਦੇ ਪਿੱਛੇ ਬੈਠੇ ਆ ਜਿਹੜੇ ਮੋਰਚਾ ਧਰਨਾ ਦੇ ਵਿੱਚ ਸਿੰਘ ਬੈਠੇ ਆ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ। ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਹੁਣ ਸਰਕਾਰ ਹੁਣ ਤਾਂ ਚਲੋ ਕਾਨੂੰਨ ਕੀ ਕਿਹੜੇ ਕਾਨੂੰਨ ਆ ਉਹ ਪੁੱਛਣਾ ਤਾਂ ਗਲਤ ਗੱਲ ਹੈ, ਹੁਣ ਸਾਰਿਆਂ ਨੂੰ ਪਤਾ ਲੱਗ ਗਿਆ। ਹੁਣ ਸਰਕਾਰ ਤੁਹਾਡੀ ਮੰਗ ਮੰਨ ਨਹੀਂ ਰਹੀ, ਤੁਸੀਂ ਇਸ ਦੇ ਬਾਰੇ ਕੀ ਬੋਲਣਾ ਚਾਹੋਗੇ? ਜੰਗਵੀਰ ਸਿੰਘ ਚੌਹਾਨ ਪ੍ਰਧਾਨ ਦੁਆਬਾ ਕਿਸਾਨ ਕਮੇਟੀ ਪੰਜਾਬ। ਦੇਖੋ ਸਰਕਾਰ ਜਿਹੜੀ ਆ ਹਾਲੇ ਵੀ ਆਪਣੀ ਅੜੀ ਤੇ ਅੜੀ ਹੋਈ ਆ, ਕਿਉਂਕਿ ਇਹ ਸਾਡੀ ਸੰਯੁਕਤ ਮੋਰਚੇ ਵੱਲੋਂ ਲਗਾਤਾਰ 11 ਮੀਟਿੰਗਾਂ ਜਿਹੜੀਆਂ ਸਰਕਾਰ ਦੇ ਨਾਲ ਵਿਗਿਆਨ ਭਵਨ ਦੇ ਵਿੱਚ ਹੋਈਆਂ। ਹਾਂਜੀ, ਜਿਹੜੀ ਸਰਕਾਰ ਨੇ ਪਹਿਲਾਂ ਇਹ ਕਰੋਨਾ ਕਾਲ ਦੇ ਵਿੱਚ ਬਿੱਲ ਲਾਗੂ ਕੀਤੇ ਸੀ ਉਹ ਇਹਨਾਂ ਬਿੱਲਾਂ ਦੇ ਫਾਇਦੇ ਦੱਸ ਰਹੇ ਸੀ, ਔਰ ਜਦੋਂ ਚਰਚਾ ਹੋਈ ਇਹਨਾਂ ਬਿੱਲਾਂ 'ਤੇ ਕਲੌਜ਼ ਬਾਈ ਕਲੌਜ਼ ਸਾਡੇ ਕਿਸਾਨ ਆਗੂਆਂ ਦਾ ਅਸੀਂ ਇੱਕ ਪੈਨਲ ਚੁਣ ਕੇ ਜਦੋਂ ਉਹਨਾਂ ਦੇ ਨਾਲ ਚਰਚਾ ਹੋਈ ਤੇ ਉਸ ਵੇਲੇ ਉਹਨਾਂ ਨੇ ਮੰਨਿਆ ਕਿ ਇਹਨਾਂ ਦੇ ਵਿੱਚ ਖਾਮੀਆਂ, ਇਹਨਾਂ ਦੇ ਵਿੱਚ ਘਾਟਾ ਆ ਤੇ ਇਹਨਾਂ ਦੇ ਵਿੱਚ ਅਸੀਂ ਅਮੈਂਡਮੈਂਟ ਕਰ ਦਿੰਦੇ ਹਾਂ। ਇਸ ਗੱਲ ਨੂੰ ਮੰਨਣ ਤੋਂ ਬਾਅਦ ਦੇ ਵਿੱਚ ਉਹ ਇਸ ਗੱਲ 'ਤੇ ਵੀ ਤਿਆਰ ਹੋ ਗਿਆ ਕਿ ਜਿਹੜਾ MSP ਆ ਉਹਦੇ ਬਾਰੇ ਵੀ ਅਸੀਂ ਇੱਕ ਕਮੇਟੀ ਬਣਾ ਲਓ ਤੇ ਉਹਦੇ ਬਾਰੇ ਵੀ ਅਸੀਂ ਗਾਰੰਟੀ ਦੇਣ ਵਾਸਤੇ ਵਿਚਾਰ ਕਰ ਲੈਂਦੇ ਹਾਂ। ਪਰ ਸਰਕਾਰ ਜਿਹੜੀ ਆ ਹਾਲੇ ਵੀ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਖੂਟ ਲੈ ਕੇ ਬੈਠੀ ਹੋਈ ਆ। ਅੱਜ ਦੇਖੋ 3 ਮਹੀਨੇ ਦੇ ਉੱਪਰ ਸਮਾਂ ਹੋ ਗਿਆ ਇੱਥੇ ਸੰਘਰਸ਼ ਸਿੰਘੂ ਬਾਰਡਰ ਦਾ, ਟਿੱਕਰੀ ਬਾਰਡਰ, ਪਲਵਲ ਹੋਰ ਬਾਰਡਰਾਂ ਦੇ ਉੱਪਰ, ਔਰ ਸਰਕਾਰ ਨੇ ਮੰਨਣ ਦੇ ਬਾਵਜੂਦ ਵੀ ਹੁਣ ਪਿੰਡਾਂ ਦੇ ਵਿੱਚ ਸਮਝਾਉਣ ਦੀ ਗੱਲ ਕਰਨ ਰਹੀ ਆ ਕਿ ਕਾਨੂੰਨ, ਫਿਰ ਅਖਬਾਰਾਂ ਦੇ ਵਿੱਚ ਬਿਆਨਬਾਜ਼ੀ ਆ ਰਹੀ ਆ, ਅਖਬਾਰਾਂ ਦੇ ਵਿੱਚ ਵੀ ਬਿਆਨਬਾਜ਼ੀ ਆ ਰਹੀ ਆ ਕਿ ਇਹ ਕਾਨੂੰਨ ਸਾਨੂੰ ਦੱਸੋ ਵੀ ਕਿੱਥੋਂ ਇਹ ਕਾਲੇ ਆ। ਔਰ ਮੰਨਣ ਦੇ ਬਾਵਜੂਦ ਵੀ ਸਰਕਾਰ ਜਿਹੜੀ ਆਪਣੀਆਂ ਗੱਲਾਂ 'ਤੇ ਹਾਲੇ ਖੜੀ ਨਹੀਂ। ਚਰਚਾਵਾਂ ਵੀ ਹੋਈਆਂ, ਸਾਰਾ ਕੁਝ ਹੋਇਆ, ਕਿਸਾਨ ਆਗੂਆਂ ਨੇ ਬਿਲਕੁਲ ਉਹਨਾਂ ਨੂੰ ਦੱਸਿਆ ਆ ਔਰ ਸਰਕਾਰ ਮੰਨ ਵੀ ਚੁੱਕੀ ਹੈ। ਗੱਲ ਇੱਥੇ ਅੜੀ ਆ ਕਿ ਅਸੀਂ ਜਿਹੜੇ ਆ ਸੰਯੁਕਤ ਕਿਸਾਨ ਮੋਰਚਾ ਅਸੀਂ ਇਹ ਮੰਗ ਕਰਦੇ ਹਾਂ ਕਿ ਇਹ ਕਾਨੂੰਨ ਜਿਹੜੇ ਆ ਬਿਲਕੁਲ ਰੱਦ ਕਰ ਦਿੱਤੇ ਜਾਣ। ਅੱਛਾ, ਹੁਣ ਕਿਹੜੀ ਪ੍ਰੋਬਲਮਸ ਤੋਂ ਤੁਸੀਂ ਨਿਕਲੇ ਹੋ? 90 ਦਿਨ ਹੁਣ 100 ਦਿਨ ਹੋਣ ਲੱਗੇ। 90 ਦਿਨ ਤਾਂ ਸਾਨੂੰ ਆਉਂਦੇ ਵੇਖ ਕੇ ਸਰਵੇ ਕਰਦੇ 10 ਦਿਨ ਤਾਂ ਇੱਥੇ ਲੰਘੇ, ਹੁਣ 100 ਦਿਨ ਹੋ ਗਏ ਆ। ਕਿਹੜੀ ਮੁਸ਼ਕਿਲਾਂ ਤੋਂ ਤੁਸੀਂ ਲੰਘੇ ਹੋ ਤੇ ਇੱਥੇ ਭਾਈਚਾਰਾ ਕਿਸ ਤਰ੍ਹਾਂ ਦਾ ਹਰਿਆਣਾ ਤੇ ਪੰਜਾਬ ਦੇ ਤੁਸੀਂ ਥੋੜ੍ਹਾ ਉੜੀਸਾ ਦੇ ਲੋਕਾਂ ਨੂੰ ਸਾਂਝ ਕਰੋ? ਦੇਖੋ ਮੁਸ਼ਕਿਲਾਂ ਤਾਂ ਝੱਲਣੀਆਂ ਪੈਣੀਆਂ। ਕਿਸਾਨ ਜਦੋਂ ਖੇਤਾਂ ਦੇ ਵਿੱਚ ਮਿਹਨਤ ਕਰਦਾ ਆ ਉਸ ਵੇਲੇ ਵੀ ਵੱਟਾਂ ਬੰਨਿਆ ਤੇ ਸੌਂ ਕੇ ਮਤਲਬ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੰਦ ਕੇ ਆਪਣੀਆਂ ਫਸਲਾਂ ਪਾਲਦਾ ਆ ਤੇ ਇਹ ਮੁਸ਼ਕਿਲਾਂ ਤਾਂ ਹੁਣ ਸਾਨੂੰ ਝੱਲਣੀਆਂ ਪੈਣੀਆਂ। ਦੇਖੋ ਅਸੀਂ ਆਪਣੇ ਘਰ ਛੱਡ ਕੇ ਸਾਡੇ ਸਾਰੇ ਕਿਸਾਨ ਮਜ਼ਦੂਰ ਵੀਰ ਪਿਛਲੇ ਲੰਬੇ ਸਮੇਂ ਤੋਂ 100 ਦਿਨ ਦੇ ਕਰੀਬ ਹੋ ਚੱਲਾ ਹੈ ਸੜਕਾਂ 'ਤੇ ਬੈਠੇ ਆ। ਪਹਿਲਾਂ ਠੰਡੀਆਂ ਰਾਤਾਂ ਦੇ ਵਿੱਚ ਕੋਰਾ ਪੈਂਦਾ ਸੀਗਾ, ਉਸ ਵੇਲੇ ਵੀ ਇਹਨਾਂ ਨੇ ਇਸ ਸਰਕਾਰ ਦੇ ਖਿਲਾਫ ਇਹ ਜੰਗ ਛੇੜੀ ਰੱਖੀ ਹੈ ਔਰ ਦ੍ਰਿੜ ਇਰਾਦੇ ਨਾਲ ਬੈਠੇ ਰਹੇ। ਘਾਟ ਕੋਈ ਨਹੀਂ ਇਹਦੇ ਵਿੱਚ, ਸਾਨੂੰ ਇਹਨਾਂ ਸੰਘਰਸ਼ਾਂ ਦੇ ਵਿੱਚ ਬਹੁਤ ਵੱਡਾ ਸਾਨੂੰ ਸਹਿਯੋਗ ਮਿਲ ਰਿਹਾ। ਹਰਿਆਣਾ ਦੇ ਜਿੰਨੇ ਸਾਡੇ ਭਾਈਚਾਰੇ ਦੇ ਲੋਕ ਆ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਸਾਨੂੰ ਪੂਰਾ ਸਮਰਥਨ ਦਿੱਤਾ ਹੋਇਆ ਆ। ਉਹਨਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਆ। ਉਹਨਾਂ ਨੇ ਇਹੋ ਜਿਹੀ ਜਿਹੜੀ ਸ਼ਾਂਤਮਈ ਐਜੀਟੇਸ਼ਨ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਦੇਖੀ। ਉਹਨਾਂ ਨੂੰ ਇਸ ਗੱਲ ਤੋਂ ਸਬਕ ਮਿਲ ਗਿਆ ਕਿ ਐਜੀਟੇਸ਼ਨਾਂ ਇਸੇ ਤਰ੍ਹਾਂ ਦੀਆਂ ਵੀ ਹੁੰਦੀਆਂ, ਕਿਉਂਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਐਜੀਟੇਸ਼ਨਾਂ ਇੱਥੇ ਹਰਿਆਣੇ ਦੇ ਵਿੱਚ ਹੋਈਆਂ ਉਹ ਤਕਰੀਬਨ ਹਿੰਸਕ ਹੋਈਆਂ ਔਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਐਜੀਟੇਸ਼ਨਾਂ ਜਿਹੜੀਆਂ ਇਸ ਤਰ੍ਹਾਂ ਸ਼ਾਂਤਮਈ ਲੜ ਕੇ ਵੀ ਆਪਾਂ ਜਿੱਤੀਆਂ ਜਾ ਸਕਦੀਆਂ ਆ। ਔਰ ਜੇ ਸਹਿਯੋਗ ਦੀ ਗੱਲ ਕਰੀਏ, ਸਹਿਯੋਗ ਤਾਂ ਪੂਰਨ ਤੌਰ 'ਤੇ ਜਿਹੜਾ ਖਾਪ ਪੰਚਾਇਤਾਂ ਇਹਨਾਂ ਨੇ ਬਣਾ ਲਈਆਂ ਆ, ਉੱਥੇ ਮੀਟਿੰਗਾਂ ਕਰਕੇ ਇਹ ਦਿਨ ਪ੍ਰਤੀ ਦਿਨ ਜਿਹੜਾ ਇੱਥੇ ਰਸ਼ ਵੱਧਦਾ ਹੀ ਜਾ ਰਿਹਾ ਆ ਤੇ ਪੂਰਾ ਇੱਥੇ ਦੁੱਧ ਦੀ ਸੇਵਾ ਕਰ ਰਹੇ ਆ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਆ ਉਹਨਾਂ ਨੇ। ਲੈਟਰਿਨ ਬਾਥਰੂਮ ਜੇ ਕੋਈ ਸਾਡਾ ਕੋਈ ਕਿਸਾਨ ਵੀਰ ਉਹਨਾਂ ਦੇ ਘਰ ਦੇ ਵਿੱਚ ਚਲਿਆ ਵੀ ਜਾਂਦਾ ਤੇ ਉਹਨੂੰ ਜੀ ਆਇਆਂ ਕਹਿ ਕੇ ਕਹਿੰਦੇ ਆ ਕਿ ਤੁਸੀਂ ਇਹਨੂੰ ਵਰਤ ਸਕਦੇ ਆ। ਮਤਲਬ ਇੰਨੇ ਖੁੱਲ੍ਹੇ ਦਿਲ ਦੇ ਨਾਲ ਜਿਹੜਾ ਉਹ ਸਾਡਾ ਸਵਾਗਤ ਕੀਤਾ। ਜਿਹੜੇ ਨੈਸ਼ਨਲ ਮੀਡੀਆ ਉਹ ਅਦਰ ਸਟੇਟ ਦੇ ਵਿੱਚ ਸਾਰਿਆਂ ਨੂੰ ਇਹ ਦਿਖਾ ਰਹੇ ਕਿ ਅਸੀਂ ਪੀਜ਼ਾ ਖਾ ਰਹੇ ਆ, ਅਸੀਂ ਇੰਜੋਏ ਕਰ ਰਹੇ ਕਿ ਕਿਸਾਨ ਮੋਰਚਾ ਨਹੀਂ ਹੈ। ਤੁਸੀਂ ਇਸ ਐਂਗਲ ਨੂੰ ਲੈ ਕੇ ਤੁਸੀਂ ਕੀ ਬੋਲਣਾ ਚਾਹੋਗੇ? ਦੇਖੋ ਹਾਂਜੀ, ਇਸ ਅੰਦੋਲਨ ਨੂੰ ਆਪਾਂ ਜਿਹੜਾ ਕਹਿੰਦੇ ਨਾ ਇੰਜੋਏ ਕਰ ਰਹੇ ਆ, ਇਹ ਸਾਰਾ ਉਸ ਦੇ ਉਲਟ ਚੱਲ ਰਿਹਾ। ਇਹ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਚੱਲ ਰਿਹਾ ਕਿ ਅੱਜ ਜਿਹੜਾ ਸਾਡਾ ਪੈਟਰੋਲ ਆ ਨਾ ਉਹਦੀਆਂ 100 ਰੁਪਏ ਤੱਕ ਕੀਮਤਾਂ ਚਲੀਆਂ ਗਈਆਂ। ਕੱਲ੍ਹ ਨੂੰ ਜੇ ਇਹ ਕਾਨੂੰਨ ਲਾਗੂ ਹੋ ਜਾਂਦੇ ਤਾਂ ਇਹਨਾਂ ਲੋਕਾਂ ਨੂੰ ਇਹ 150
ਰੁਪਏ ਤੱਕ ਆਟਾ ਕਿਲੋ ਮਿਲ ਸਕਦਾ। ਤੇ ਉਸ ਵੇਲੇ ਜਦੋਂ 150 ਰੁਪਏ ਕਿਲੋ ਆਟਾ ਮਿਲੇਗਾ, ਨਾ ਕੋਈ ਲੰਗਰ ਲੱਗੇਗਾ, ਨਾ ਕੋਈ ਕਿਸੇ ਸਥਾਨ ਕੋਈ ਗਰੀਬ ਬੱਚਾ ਰੋਟੀ ਖਾ ਸਕੇਗਾ। ਕਿਉਂਕਿ ਇਹ ਜਿਹੜੀਆਂ ਸਰਮਾਏਦਾਰ ਪਾਰਟੀਆਂ ਨੇ, ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਦੇਣਾ, ਇਹਨਾਂ ਨੇ ਤੇ ਆਪਣਾ ਨਫਾ ਤੇ ਨੁਕਸਾਨ ਦੇਖਣਾ। ਇਹਨਾਂ ਇਹ ਨਹੀਂ ਦੇਖਣਾ ਵੀ ਅਸੀਂ ਇਹ ਕੰਮ ਕਰੀਏ, ਵੀ ਕਿਸੇ ਦੀ ਮਦਦ ਕਰ ਦਈਏ, ਕਿਸੇ ਗਰੀਬ ਨੂੰ ਕਰ ਦਈਏ। ਇੱਥੇ 3 ਮਹੀਨੇ ਤੋਂ ਜੋ ਸਾਡੇ ਲੰਗਰ ਚੱਲ ਰਹੇ ਆ, ਸਾਰੇ ਸਾਡੇ ਇਹ ਜਿਤਨੇ ਵੀ ਲੰਗਰ ਨੇ, ਇਹਨਾਂ ਦੇ ਵਿੱਚ ਜਿਹੜਾ ਵੀ ਮਰਜ਼ੀ ਲੰਗਰ ਛਕ ਜਾਏ, ਕੋਈ ਵਿਤਕਰਾ ਨਹੀਂ। ਤੁਸੀਂ ਆਪ ਵੀ ਦੇਖ ਰਿਹਾ ਹੋਏਗਾ ਕਿ ਹੈ ਵਿਤਕਰਾ ਕੋਈ। ਤੇ ਇਸ ਕਰਕੇ ਇਹ ਜਿਹੜਾ ਕਿਸਾਨ ਮੋਰਚਾ ਹੈ ਨਾ, ਇਹ ਹੈ ਮੋਰਚਾ ਇੰਜੋਏ ਥੋੜ੍ਹਾ। ਤੁਸੀਂ ਖੁਦ ਦੇਖਿਆ ਉੜੀਸਾ ਦੇ ਲੋਕਾਂ 'ਚ ਜਾ ਕੇ ਸਾਨੂੰ ਇਹ ਦੱਸੋਗੇ ਜਾ ਕਰਕੇ ਕਿ ਵੀ ਉੱਥੇ ਅਸੀਂ ਖੁਦ ਦੇਖ ਕਰਕੇ ਆਏ ਹਾਂ ਕਿ ਇਹ ਇੰਜੋਏ ਦਾ ਸਾਧਨ ਨਹੀਂ ਹੈ। ਇਹ ਕਿਸਾਨ ਮੋਰਚਾ ਜਿਹੜਾ ਹੈ ਸੰਘਰਸ਼ ਦੇ ਨਾਲ ਜੁੜਿਆ ਹੋਇਆ ਹੈ, 3 ਕਾਨੂੰਨਾਂ ਨੂੰ ਰੱਦ ਕਰਨ ਦੇ ਉੱਤੇ ਤੁਲਿਆ ਹੋਇਆ। ਕਿਉਂਕਿ ਜੇ ਇਹ ਰੱਦ ਨਹੀਂ ਹੁੰਦੇ ਤਾਂ ਸਾਡੇ ਸਾਰੇ ਹਿੰਦੁਸਤਾਨ ਦੀ ਜਿਹੜੀ ਕਾਇਆ ਪਲਟ ਸਕਦੀ ਹੈ। ਇਸ ਕਰਕੇ ਇਹ ਜਿਹੜਾ ਮੋਰਚਾ ਲੱਗਾ ਹੋਇਆ ਸਿਰ ਪੱਕਾ ਲੱਗਾ ਹੈ, ਲੱਗਾ ਵੀ ਰਹੇਗਾ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਹੁੰਦੇ। ਸਰਕਾਰ ਜਿਹੜੀ ਹੈ ਬੀਜੇਪੀ ਦੀ ਆਪਣੀ ਜਿਹੜੀ ਹੈਂਕੜ ਦੇ ਵਿੱਚ ਆਈ ਹੈ, ਹੰਕਾਰ ਦੇ ਅੰਦਰ, ਉਸ ਹੰਕਾਰ ਨੂੰ ਛੱਡ ਕੇ ਤੇ ਇਹ ਇਹਨਾਂ ਕਿਸਾਨਾਂ ਦੀ ਗੱਲ ਸੁਣੇ। ਇਹ ਕਿਰਤੀ ਕਿਸਾਨ ਨੇ, ਇਹ ਕੋਈ ਦਗੇਬਾਜ਼ ਨਹੀਂ, ਕੋਈ ਧੋਖੇਬਾਜ਼ ਨਹੀਂ, ਕੋਈ ਠੱਗੀਬਾਜ਼ ਨਹੀਂ ਕਰ ਰਹੇ। ਇਸ ਕਰਕੇ ਇਹਨਾਂ ਦੀ ਆਵਾਜ਼ ਨੂੰ ਸੁਣਿਆ ਜਾਵੇ। ਜਬੀਰ ਜੀ, ਤੁਸੀਂ ਦੱਸੋ ਇਸ ਐਂਗਲ, ਇਸ ਜਿਹੜਾ ਮੈਂ ਸਵਾਲ ਕੀਤਾ ਉਹਨਾਂ ਕੋਲੋਂ, ਤੁਸੀਂ ਇਸ ਐਂਗਲ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ, ਜਿਹੜਾ ਲੰਗਰ ਤੁਸੀਂ ਪਹਿਲਾਂ ਇੱਕ ਸਵਾਲ ਕੀਤਾ ਸੀ, ਲੰਗਰ ਪੀਜ਼ਿਆਂ ਦੇ ਵੀ ਲੱਗੇ ਹੋਏ ਆ, ਇੱਥੇ ਜਲੇਬੀਆਂ ਦੇ ਵੀ ਲੰਗਰ ਲੱਗੇ ਹੋਏ। ਸਾਡੇ ਬਾਬੇ ਨਾਨਕ ਨੇ 20 ਰੁਪਈਆਂ ਤੋਂ ਲੰਗਰ ਚਲਾਇਆ ਸੀ। ਅੱਜ ਉਹਦੇ ਵਿਆਜ ਦੇ ਨਾਲ ਹੀ ਸਾਡੇ ਇਹ ਭਾਈਚਾਰਕ ਸਾਂਝ ਦਾ ਜਾਂ ਸਾਡੇ ਭਾਈਚਾਰੇ ਦੇ ਵਿੱਚ ਇੰਨਾ ਦਿਲ ਆ, ਉਹ ਆਪਣਾ ਦਸਵੰਧ ਕੱਢਦੇ ਆ। ਇੱਥੇ ਤਰ੍ਹਾਂ ਦੇ ਲੰਗਰ ਲਗਾ ਸਕਦੇ, ਕੋਈ ਗੱਲ ਨਹੀਂ। ਪੰਜਾਬ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਦੇ ਲੰਗਰ ਲਾਏ। ਅੱਜ ਹਰਿਆਣਾ ਦੇ ਵਿੱਚ ਵੀ ਹਰਿਆਣਾ ਭਾਈਚਾਰਾ ਨੇ ਨਾਲ, ਸਾਡੇ ਦੇਸ਼ ਵਿਦੇਸ਼ ਦੇ ਜਿੰਨੇ ਸਾਡੇ NRI ਵੀਰ ਆ, ਉਹਨਾਂ ਨੇ ਵੀ ਆ ਕੇ ਲੰਗਰ ਲਾਏ। ਲੰਗਰ ਤਾਂ ਜਿਹੜਾ ਮਰਜ਼ੀ ਛਕ ਸਕਦਾ ਜੀ, ਇੰਜੋਏ ਦੀ ਗੱਲ ਨਹੀਂ। ਇਹ ਇੱਕ ਸਿਰਫ ਸਾਡੀ ਮਜਬੂਰੀ ਆ। ਅਸੀਂ ਮਜਬੂਰੀ ਨੂੰ ਸੜਕਾਂ ਤੇ ਬੈਠੇ ਆ। ਹੋਰ ਅਸੀਂ ਇੱਥੇ ਕਿਤੇ ਹੋਟਲਾਂ ਦੇ ਵਿੱਚ ਥੋੜ੍ਹੀ ਰਹਿ ਰਹੇ, ਸੜਕਾਂ ਤੇ ਸੌ ਰਹੇ ਹਾਂ। ਅਸੀਂ ਆਪਣਾ ਟਾਈਮ ਪਾਸ ਕਰ ਰਹੇ ਹਾਂ। ਕੇਂਦਰ ਸਰਕਾਰ ਦੇ ਖਿਲਾਫ ਅਸੀਂ ਲੜ ਰਹੇ ਹਾਂ, ਲੜਾਈ ਲੜ ਰਹੇ ਹਾਂ। ਜਿਹੜੇ 3 ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ, ਇਹ ਅੱਜ ਰੱਦ ਕਰ ਦੇਣਾ, ਅਸੀਂ ਘਰਾਂ ਨੂੰ ਚੱਲ ਜਾਂਦੇ ਹਾਂ। ਸਾਨੂੰ ਕੋਈ ਲੋੜ ਥੋੜ੍ਹੀ ਹੈਗੀ। ਅੱਜ ਹੁਣ ਮੌਸਮ ਜਿਹੜਾ ਗਰਮੀ ਦਾ ਆ ਗਿਆ ਆ, ਔਰ ਮੱਛਰ ਐਡਾ ਮੋਟਾ ਆ, ਬਿਮਾਰੀ ਫੈਲਣ ਦਾ ਖਤਰਾ, ਥਾਂ ਪਾਣੀ ਖੜਾ ਹੋ ਗਿਆ ਆ। ਔਰ ਅਸੀਂ ਵੀ ਆਪਣੇ ਪ੍ਰਬੰਧ ਹੁਣ ਕੀਤੇ ਆ, ਪੱਖੇ ਪੁੱਖੇ ਲਗਾ ਲਏ ਹਨ। ਸਰਕਾਰ ਨੂੰ ਚਾਹੀਦਾ ਆ ਕਿ ਜੇਕਰ ਉਹਨਾਂ ਨੇ ਕਾਨੂੰਨ ਜਿਹੜੇ ਆ, ਅੱਜ ਪੰਜਾਬ ਦਾ ਜਿਹੜਾ ਬੱਚਾ ਜਾਂ ਕਿਸਾਨ ਜਿਹੜਾ ਹੈ, ਇਹ ਕਾਨੂੰਨਾਂ ਦੀ ਮੰਗ ਨਹੀਂ ਕਰਦਾ। ਉਹ ਕਹਿੰਦਾ ਸਾਡੇ ਫਾਇਦੇ ਦੇ ਨਹੀਂ ਹੈ। ਜੇ ਸਾਡੇ ਫਾਇਦੇ ਦੇ ਨਹੀਂ ਹੈਗੇ ਤਾਂ ਇਹਨਾਂ ਨੂੰ ਵਾਪਸ ਕਰ ਲਵੇ ਸਰਕਾਰ। ਆਪਣੀ ਅੜੀ ਤੇ ਕਿਉਂ ਅੜੀ? ਅਸੀਂ ਫਾਇਦਾ ਨਹੀਂ ਚਾਹੁੰਦੇ। ਅਸੀਂ ਕਹਿੰਦੇ ਕਿ ਜਿੰਨਾ ਕਿ ਸਾਨੂੰ ਪ੍ਰੋਫਿਟ ਪਹਿਲਾਂ ਮਿਲਦਾ ਸੀ, ਉਨਾ ਕੁ ਮਿਲਦਾ ਰਹੇ। ਪਰ ਸਰਕਾਰ ਜਿਹੜੀ ਸਮਝਾਉਣ ਦੀਆਂ ਗੱਲਾਂ ਕਰ ਰਹੀ ਹੈ ਕਿ ਜਿਹੜਾ ਤੁਹਾਨੂੰ 2022 ਦੇ ਵਿੱਚ ਆਮਦਨ ਦੁੱਗਣੀ ਕਰ ਦਾਂਗੇ। ਦੁੱਗਣੀ ਕਿਸ ਤਰ੍ਹਾਂ ਆਮਦਨ ਹੋਊਗੀ? ਇਹਦਾ ਜਿਹੜਾ ਪ੍ਰੈਕਟੀਕਲ ਪਹਿਲਾਂ ਯੂਪੀ ਬਿਹਾਰ ਦੇ ਵਿੱਚ ਇਹਨਾਂ ਬਿੱਲਾਂ ਦਾ ਹੋ ਚੁੱਕਾ ਹੈ। ਅੱਜ ਉੱਥੇ ਜਿਹੜਾ ਕਣਕ ਤੇ ਝੋਨੇ ਦਾ ਰੇਟ ਆ 1200-1300 ਰੁਪਏ ਨੂੰ ਝੋਨਾ ਆਮ ਵਿਕ ਰਿਹਾ। ਜਿਹੜੀਆਂ ਸਰਕਾਰੀ ਮੰਡੀਆਂ ਖਤਮ ਹੋ ਚੁੱਕੀਆਂ, ਤਾਣਾ ਬਾਣਾ ਸਾਰਾ ਉਲਝਿਆ ਪਿਆ ਆ। ਸਾਨੂੰ ਵੀ ਮਜ਼ਦੂਰ ਬਣਾ ਕੇ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਜਦੋਂ ਇਹਨਾਂ ਨੇ ਫਾਰਮ ਹਾਊਸ ਖੋਲ੍ਹਣਗੇ, ਫਿਰ ਸਾਨੂੰ ਵੀ ਉਹਨਾਂ ਦੀ ਮਜ਼ਦੂਰੀ ਕਰਨੀ ਪਊਗੀ। ਸਾਨੂੰ ਸਮਝ ਆ ਚੁੱਕੀ ਹੈ ਇਹਨਾਂ ਕਾਨੂੰਨਾਂ ਦੀ, ਕੋਈ ਐਡੀ ਗੱਲ ਨਹੀਂ। ਸਾਨੂੰ ਸਮਝਾਉਣ ਦੀ ਲੋੜ ਨਹੀਂ, ਸਰਕਾਰ ਖੁਦ ਸਮਝੇ। ਜੇਕਰ ਪੂਰਾ ਦੇਸ਼ ਇਹਨਾਂ ਬਿੱਲਾਂ ਦੀ ਮੰਗ ਨਹੀਂ ਕਰ ਰਿਹਾ ਤਾਂ ਸਰਕਾਰ ਨੂੰ ਇਹ ਬਿੱਲ ਰੱਦ ਕਰਨੇ ਚਾਹੀਦੇ। ਹਾਂ, ਕਿਤੇ ਨਾ ਕਿਤੇ ਆ ਕੇ ਜਿਹੜੀ BJP ਸਰਕਾਰ ਆਈ ਹੈ ਇੰਡੀਆ ਦੇ ਵਿੱਚ, ਕਿਤੇ ਨਾ ਕਿਤੇ ਇਹ ਭਾਈਚਾਰਾ ਵੀ ਖਰਾਬ ਕਰ ਰਿਹਾ। ਤੁਹਾਨੂੰ ਇਸ ਤਰ੍ਹਾਂ ਦਾ ਕੁਝ ਲੱਗਦਾ ਹੈ? ਦੇਖੋ, BJP ਸਰਕਾਰ ਜਦੋਂ ਆਈ ਆ, ਇਹਨਾਂ ਨੇ ਵੱਖ-ਵੱਖ ਧਰਮਾਂ 'ਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਜਿਹੜਾ ਸੰਘਰਸ਼ ਹੋਇਆ ਹੈ, ਇਹਨੇ ਪੂਰੇ ਦੇਸ਼ ਦੀ ਕਾਇਆ ਪਲਟ ਦਿੱਤੀ ਹੈ। ਜਿਹੜੇ ਵੱਟ ਬੰਨਿਆਂ ਦੇ ਮਗਰ ਆਪਣਾ ਭਰਾ ਕਿਸਾਨ ਇੱਕ ਦੂਜੇ ਦੇ ਨਾਲ ਲੜਿਆ ਕਰਦਾ ਸੀਗਾ। ਪਿੰਡਾਂ ਦੇ ਵਿੱਚ ਪਾਰਟੀਆਂ ਬਾਜ਼ੀਆਂ ਬਣਾ ਕੇ ਬੈਠੇ ਸੀ। ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਧਰਮਾਂ ਦਾ ਇੱਕ ਦੂਜੇ ਨਾਲ ਵਿਤਕਰਾ ਕਰਦੇ ਸੀ। ਤੁਸੀਂ ਇੱਥੇ ਦੇਖੋ ਸੰਘਰਸ਼ ਦੇ ਵਿੱਚ ਜਿਸ ਤਰ੍ਹਾਂ ਪੁਰਾਣਾ ਸਮਾਂ ਹੁੰਦਾ ਸੀਗਾ, ਅੱਜ ਤੋਂ 20-25 ਸਾਲ ਪਹਿਲਾਂ, ਕੋਈ ਕੰਧ ਨਹੀਂ ਤਾਂ ਕੋਈ ਇਹਦੇ ਵਿੱਚ ਰੋਕ ਨਹੀਂ। ਅਸੀਂ ਇੱਕ ਦੂਜੇ ਤੋਂ ਨਾਲ ਹੀ, ਸਾਡੇ ਹਰਿਆਣੇ ਦੇ ਭਾਈਚਾਰੇ ਬੈਠੇ ਆ, ਹਰੇਕ ਜਾਤ ਧਰਮ, ਮੁਸਲਮਾਨ ਵੀਰ ਬੈਠੇ ਆ, ਹਿੰਦੂ ਵੀਰ ਬੈਠੇ ਆ। ਅਸੀਂ ਸਾਂਝਾ ਬਹਿ ਕੇ ਇੱਥੇ ਲੰਗਰ ਛਕਦੇ ਹਾਂ, ਸਾਂਝੇ ਲੰਗਰ ਪਕਾਉਂਦੇ ਆ। ਇਹ ਤਾਂ ਮੈਂ ਕਹਿੰਦਾ ਇੱਕ ਵਧੀਆ ਹੋ ਗਿਆ ਜਿਹੜਾ ਇਹ ਇੱਕ ਜਿਹੜੇ ਬਿੱਲ ਲਾਗੂ ਕਰ ਦਿੱਤੇ। ਇੱਕ ਭਾਈਚਾਰਕ ਸਾਂਝ ਜਿਹੜੀ ਦੁਬਾਰਾ ਸਾਡੇ ਵਿੱਚ ਆ ਗਈ ਆ। ਬੜਾ ਮੋਹ ਸਾਡੇ ਦੇ ਵਿੱਚ ਆਇਆ। ਇਹ ਵਧੀਆ ਹੋਇਆ। ਸਰਕਾਰ ਨੇ ਤਾਂ ਇਹ ਉਲਟ ਸਮਝਿਆ ਸੀਗਾ ਕਿ ਇਹ ਜਿਹੜੇ ਲੋਕ ਆ, ਇਹਨਾਂ ਨੂੰ ਅਸੀਂ ਦਬਾ ਦਾਂਗੇ, ਇਹਨਾਂ ਦਾ ਅਸੀਂ ਕਿੱਤਾ ਖਤਮ ਕਰ ਦਾਂਗੇ, ਇਹਨਾਂ ਨੂੰ ਅਸੀਂ ਮਾਰ ਦਾਂਗੇ। ਪਰ ਹੋਇਆ ਇਸ ਤੋਂ ਉਲਟ। ਭਾਈਚਾਰਕ ਸਾਂਝ ਜਿਹੜੀ ਆ ਕਾਇਮ ਹੋ ਗਈ ਆ ਸਾਡੀ। ਇੱਥੇ ਭਾਈਚਾਰਾ ਬਣਿਆ ਆ। ਪਿੰਡਾਂ ਦੇ ਵਿੱਚ ਪਾਰਟੀਆਂ ਬਾਜ਼ੀਆਂ ਖਤਮ ਹੋ ਗਈਆਂ। ਪਿੰਡਾਂ ਦੇ ਵਿੱਚੋਂ ਲੋਕ ਆਪ ਮੁਹਾਰੇ ਇਹਨਾਂ ਧਰਨਿਆਂ ਦੇ ਵਿੱਚ ਆ ਰਹੇ ਆ। ਤੇ ਸਰਕਾਰ ਦੀ ਇਹ ਜਿਹੜੀ ਗਲਤ ਫਹਿਮੀ ਸੀਗੀ ਉਹ ਦੂਰ ਹੋ ਗਈ। ਸਰਕਾਰ ਨੇ ਇਸ
ਸੰਘਰਸ਼ ਨੂੰ ਲੰਬਿਆ ਕੀਤਾ। ਉਹਦੇ ਦੂਜਾ ਬ੍ਰਹਮ ਇਹਦੇ ਵਿੱਚ ਸਰਕਾਰ ਦੇ ਦਿਮਾਗ ਦੇ ਵਿੱਚ ਸੀ ਕਿ ਇਹਨੂੰ ਲੰਬਿਆ ਕਰ ਦਈਏ ਕਿ ਜਿੰਨੇ ਵੀ ਅੱਜ ਤੱਕ ਸੰਘਰਸ਼ ਹੋਏ ਆ ਫੇਲ ਹੋ ਜਾਂਦੇ ਆ। ਪਰ ਇਹ ਜਿਹੜਾ ਆਹ ਅੰਦੋਲਨ ਆ, ਇਸ ਅੰਦੋਲਨ ਦੇ ਵਿੱਚ ਇੱਕ ਨਵੀਂ ਗੱਲ ਦੇਖਣ ਦੇ ਵਿੱਚ ਆਈ ਹੈ। ਇਸ ਨੂੰ ਜਿੰਨਾ ਲੰਬਿਆ ਕੀਤਾ ਇਹ ਹੋਰ ਵੱਧਦਾ ਗਿਆ। ਦਿਨੋਂ ਦਿਨ ਜਿਹੜਾ ਇਹ ਸੰਘਰਸ਼ ਵੱਧ ਰਿਹਾ। ਸਰਕਾਰ ਦੀ ਦੂਜੀ ਗਲਤਫਹਿਮੀ ਵੀ ਇਸ ਸੰਘਰਸ਼ ਨੇ ਕੱਢ ਦਿੱਤੀ ਹੈ। ਤੇ ਹੁਣ ਸਰਕਾਰ ਕਿਤੇ ਨਾ ਕਿਤੇ ਅਦਰ ਸਟੇਟਾਂ 'ਚ ਵੀ ਜੀ ਲੋਕਡਾਊਨ ਕਰ ਰਹੇ ਆ। ਜੇ ਇੱਥੇ ਅਗਰ ਲੋਕਡਾਊਨ ਦਾ ਕੁਝ ਪ੍ਰਭਾਵ ਤੁਹਾਨੂੰ ਲੱਗਦਾ ਕਿ ਪਵੇਗਾ ਕਿਸਾਨ ਮੋਰਚਾ ਨੂੰ ਲੈ ਕੇ? ਦੇਖੋ, ਕਰੋਨਾ ਕਾਲ ਦੇ ਵਿੱਚ ਇਹਨਾਂ ਨੇ 3 ਬਿੱਲ ਜਿਹੜੇ ਲਾਗੂ ਕੀਤੇ ਸੀਗੇ ਔਰ ਸਰਕਾਰ ਦੇ ਮਨ ਦੇ ਵਿੱਚ ਇਹ ਸੀਗਾ ਕਿ ਅਸੀਂ ਜਿਹੜਾ ਆ ਹੁਣ ਲੋਕਡਾਊਨ ਲਗਾਇਆ ਹੋਇਆ ਹੈ ਇਹਦੇ ਖਿਲਾਫ ਜਿਹੜੀ ਆਵਾਜ਼ ਨਹੀਂ ਉੱਠਣੀ। ਪਰ ਸਾਨੂੰ ਦੇਖੋ, ਕਰੋਨਾ ਅਸੀਂ ਪਹਿਲਾਂ ਵੀ ਪੰਜਾਬ ਦੇ ਵਿੱਚ 3 ਮਹੀਨੇ ਧਰਨੇ ਲਾਏ, ਟੋਲ ਪਲਾਜ਼ਿਆਂ ਤੇ, ਰੇਲ ਗੱਡੀਆਂ ਦੇ ਲਾਈਨਾਂ ਤੇ, ਸੜਕਾਂ ਤੇ ਅਸੀਂ ਬੈਠੇ ਰਹੇ, ਲੋਕਡਾਊਨ ਦੇ ਦੌਰਾਨ ਹੀ ਬੈਠੇ ਹਾਂ ਔਰ ਸਾਨੂੰ ਤਾਂ ਅੱਜ ਤੱਕ ਕਰੋਨਾ ਹੋਇਆ ਨਹੀਂ। ਇਹ ਕਰੋਨਾ ਜਿਹੜਾ ਇਹਨਾਂ ਇੱਕ ਗਲਤ ਪ੍ਰਚਾਰ ਕਰ ਰਿਹਾ ਕਰੋਨਾ ਦੇ ਨਾਂ ਤੇ। ਇਹਨਾਂ ਕਾਨੂੰਨਾਂ ਨੂੰ ਦਬਾਉਣ ਵਾਸਤੇ, ਸੰਘਰਸ਼ ਨੂੰ ਦਬਾਉਣ ਵਾਸਤੇ ਇੱਕ ਨਵੀਂ ਰਣਨੀਤੀ ਇਹਨਾਂ ਨੇ ਤਿਆਰ ਕੀਤੀ ਜੋ ਪਹਿਲਾਂ ਕੀਤੀ ਸੀ। ਆਪਾਂ ਪੰਜਾਬ ਦੇ ਵਿੱਚ ਪਹਿਲਾਂ ਕਰੋਨਾ ਖਤਮ ਕੀਤਾ, ਉਸ ਤੋਂ ਬਾਅਦ ਇਹਨਾਂ ਨੇ ਦਿੱਲੀ ਦੇ ਵਿੱਚ ਕਿਹਾ ਸੀਗਾ ਮਤਲਬ ਦਿੱਲੀ ਤੇ ਹਰਿਆਣਾ ਦੇ ਵਿੱਚ ਜਿਹੜਾ ਇੱਥੇ ਕਰੋਨਾ ਆ, ਇੱਥੇ ਅਸੀਂ ਪਾਬੰਦੀਆਂ ਲਾਈਆਂ ਹੋਈਆਂ। ਅਸੀਂ ਇੱਥੇ ਆ ਕੇ ਬਾਰਡਰਾਂ ਤੇ ਬੈਠ ਗਏ ਖੁੱਲ੍ਹੇ ਮੂੰਹ। ਇੱਦਾਂ ਹੀ ਅਸੀਂ ਮਤਲਬ ਆਪਣਾ ਇੱਥੇ ਸੰਘਰਸ਼ ਕੀਤਾ। ਲੱਖਾਂ ਦੀ ਗਿਣਤੀ ਦੇ ਵਿੱਚ ਸਾਡੇ ਕਿਸਾਨ ਉੱਥੇ ਸਟੇਜਾਂ ਦੇ ਕੋਲ ਬੈਠੇ ਆ, ਇੱਥੇ ਚੱਲ ਫਿਰ ਰਹੇ ਆ। ਕਿਸੇ ਨੂੰ ਅੱਜ ਤੱਕ ਤਾਂ ਕਰੋਨਾ ਹੋਇਆ, ਸਿੰਗਲ ਪਰਸਨ ਨੂੰ ਕਰੋਨਾ ਨਹੀਂ ਹੋਇਆ। ਇਹ ਅੱਜ ਸਰਕਾਰ ਫਿਰ ਨਵਾਂ ਪੈਂਤੜਾ ਖੇਡ ਰਹੀ ਆ ਕਿਉਂਕਿ ਹੁਣ ਦੇਖਿਓ ਤੁਸੀਂ ਆ 5 ਸਟੇਟਾਂ ਦੇ ਵਿੱਚ ਹੁਣ ਇਲੈਕਸ਼ਨ ਹੋਣਾ ਆ ਔਰ ਉੱਥੇ ਜਦੋਂ ਇਕੱਠ ਹੋਣੇ ਆ ਉੱਥੇ ਕਾਨੂੰਨਾਂ ਦੀਆਂ ਪਾਬੰਦੀਆਂ ਨਹੀਂ ਲੱਗਣੀਆਂ। ਜਿੱਥੇ ਕਿਸਾਨ ਸੰਘਰਸ਼ ਕਰਦਾ ਆ ਜਾਂ ਜਿੱਥੇ ਆਮ ਪਬਲਿਕ ਪਲੇਸਿਸ ਹੈਗੀਆਂ ਜਾਂ ਲੋਕਾਂ ਨੂੰ ਦਬਾਉਣ ਵਾਸਤੇ ਜਾਂ ਇਹ ਪੈਸੇ ਇਕੱਠੇ ਕਰਨ ਦਾ ਇੱਕ ਜ਼ਰੀਆ ਆ, ਮਤਲਬ ਚਲਾਨ ਕੱਟੀ ਜਾਂਦੇ ਆ, ਆਮ ਪਬਲਿਕ ਨੂੰ ਪਰੇਸ਼ਾਨ ਕਰੀ ਜਾਂਦੇ ਆ। ਇਹ ਕਿਤੇ ਨਾ ਕਿਤੇ ਸੰਘਰਸ਼ਾਂ ਨੂੰ ਦਬਾਉਣ ਦੀ ਜਾਂ ਆਮ ਪਬਲਿਕ ਨੂੰ ਪਰੇਸ਼ਾਨ ਕਰਨ ਦੀ ਇੱਕ ਨੀਤੀ ਆ। ਅਸੀਂ ਇਹਨਾਂ ਜਿਹੜੇ ਕਰੋਨਾ ਤੋਂ ਡਰਨੇ ਵਾਲੇ ਨਹੀਂ, ਨਾ ਕਰੋਨਾ ਸਾਨੂੰ ਅੱਜ ਤੱਕ ਹੋਇਆ ਤੇ ਨਾ ਹੋਣਾ ਆ। ਅਸੀਂ ਸੰਘਰਸ਼ ਜਿੱਤਣ ਆਏ ਆ ਤੇ ਇੱਥੋਂ ਜਿੱਤ ਕੇ ਜਾਣਾ ਆ। ਤੇ ਹੁਣ ਤੁਹਾਡਾ ਲਾਸਟ ਮੈਸੇਜ ਕੀ ਹੋਗਾ? ਉੜੀਸਾ ਦੇ ਲੋਕ ਕਾਫੀ ਮਤਲਬ ਇਨਫੋਰਮੇਸ਼ਨ ਲੈਣਾ ਚਾਹੁੰਦੇ ਆ ਕਿ ਇੱਥੇ ਦੇ ਲੋਕ ਕਿਹੜੇ ਸਟੇਟਾਂ ਤੋਂ ਆਏ ਆ ਔਰ ਇੱਥੇ ਦਾ ਭਾਈਚਾਰਾ ਕਿਸ ਤਰ੍ਹਾਂ ਦਾ ਹੈ। ਔਰ ਜਿਵੇਂ ਕਿ ਸਰਕਾਰ ਨੇ ਸਿੱਖਾਂ ਨੂੰ ਹੀ ਟਾਰਗੇਟ ਕੀਤਾ ਗਿਆ ਕਿ ਇਹ ਜਿਹੜੇ ਸਿੱਖ ਉੱਥੇ ਬੈਠੇ ਆ ਉਹ ਸਿੱਖ ਫਾਰਮਰਸ ਨਹੀਂ ਆ, ਦੇ ਆਲ ਆਰ ਟੈਰਰਿਸਟ ਦਾ ਨਾਂ ਦੇ ਦਿੱਤਾ ਗਿਆ। ਹੁਣ ਜਿਹੜੇ ਯੰਗ ਯੂਥ ਆ ਉਹਨਾਂ ਦੇ ਮਾਈਂਡ ਦੇ ਵਿੱਚ ਗਲਤ ਫਹਿਮੀ ਪਾ ਰਹੀ ਹੈ ਤੇ ਉਸ ਨੂੰ ਲੈ ਕੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਦੇਖੋ, ਇਸ ਤਰ੍ਹਾਂ ਹੈਗੀ ਹੈ, ਸਰਕਾਰ ਤਾਂ ਕਹਿ ਰਹੀ ਹੈ ਕਿ ਅੱਤਵਾਦੀ ਆ, ਵੱਖਵਾਦੀ ਆ, ਇਹ ਪਰਜੀਵੀ ਆ, ਇਹ ਅੰਦੋਲਨਕਾਰੀ ਹੈ, ਸਾਰੇ ਨਾਂ ਦੇ ਰਹੀ ਆ। ਸਿੱਖਾਂ ਦਾ ਇਕੱਲਿਆਂ ਦੀ ਲੜਾਈ ਨਹੀਂ ਜੀ, ਇਹ ਇੱਕ ਕਿਸਾਨੀ ਦੀ ਲੜਾਈ ਹੈ, ਇੱਕ ਹੋਂਦ ਦੀ ਲੜਾਈ ਆ, ਇੱਕ ਜ਼ਮੀਨਾਂ ਬਚਾਉਣ ਦੀ ਲੜਾਈ ਹੈ, ਇੱਕ ਆਪਣੇ ਕਿੱਤੇ ਦੀ ਲੜਾਈ ਆ। ਇਹ ਕੋਈ ਅਸੀਂ ਇੱਥੇ ਕੋਈ ਧਰਮ ਦਾ ਮੁੱਦਾ ਲੈ ਕੇ ਨਹੀਂ ਆਏ, ਇੱਥੇ ਸਿਰਫ ਆਪਣਾ ਅਸੀਂ ਕਿੱਤਾ ਬਚਾਉਣ ਆਏ ਆ। ਜੋ ਸਾਡੀ ਜਵਾਨੀ ਆ, ਦੇਖੋ ਜੀ ਸਾਡਾ ਕਿੱਤਾ ਹੀ ਖਤਮ ਹੋ ਗਿਆ। ਅੱਜ ਤਾਂ ਪਹਿਲਾਂ ਵੀ ਸਰਕਾਰਾਂ ਨੇ ਸਾਡੀ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਧੱਕਿਆ ਹੋਇਆ ਆ ਔਰ ਇਸ ਗੱਲ ਦਾ ਜਿਹੜਾ ਪ੍ਰਤੱਖ ਪ੍ਰਮਾਣ ਅੱਜ ਇਸ ਧਰਨਿਆਂ ਦੇ ਵਿੱਚ ਹੋ ਗਿਆ। ਉਹੀ ਨੌਜਵਾਨ ਅੱਜ ਇੱਥੇ ਵਲੰਟੀਅਰ ਬਣ ਕੇ ਇੱਥੇ ਸੇਵਾ ਕਰ ਰਹੇ ਆ, ਮੂਹਰੇ ਹੋ ਕੇ ਇਹਨਾਂ ਮੋਰਚਿਆਂ ਨੂੰ ਚਲਾ ਰਹੇ ਆ ਔਰ ਕਿੱਥੇ ਗਏ ਉਹ ਨਸ਼ੇ? ਅੱਜ ਤੱਕ ਕੋਈ, ਹੁਣ ਤੁਸੀਂ ਦੇਖੋ ਸਾਡੇ ਪੰਜਾਬ ਦੇ ਵਿੱਚ ਪਹਿਲਾਂ ਕਹਿੰਦੇ ਹੁੰਦੇ ਨਸ਼ਿਆਂ ਨਾਲ ਮੌਤਾਂ ਹੁੰਦੀਆਂ, ਅੱਜ ਕੋਈ ਮੌਤਾਂ ਨਹੀਂ ਹੁੰਦੀਆਂ। ਇਹ ਜਿਹੜਾ ਸੰਘਰਸ਼ ਆ ਇਕੱਲਾ ਪੰਜਾਬ ਹਰਿਆਣੇ ਦਾ ਹੀ ਨਹੀਂ, ਪੂਰਾ ਅੱਜ ਦੇਸ਼ ਜਿਹੜਾ ਸਾਰੀਆਂ ਸਟੇਟਾਂ ਇਹ ਨਾਲ ਰਲ ਰਹੀਆਂ ਆ। ਪੂਰੀਆਂ ਸਟੇਟਾਂ ਦਾ ਸਾਨੂੰ ਸਮਰਥਨ ਮਿਲ ਰਿਹਾ ਆ। ਪੂਰਾ ਸਾਡੇ ਕੋਲ ਮੁਸਲਿਮ ਭਾਈਚਾਰਾ ਵੀ ਬੈਠਾ, ਹਿੰਦੂ ਭਾਈਚਾਰਾ ਵੀ ਬੈਠਾ ਆ। ਇੱਕ ਜਾਤ ਦੀ ਜਾਂ ਇੱਕ ਧਰਮ ਦੀ ਲੜਾਈ ਨਹੀਂ, ਇੱਕ ਸਾਰਿਆਂ ਨੂੰ ਸਾਂਝੇ ਹੋ ਕੇ ਇੱਕ ਦੇਸ਼ ਬਚਾਉਣ ਦੀ ਲੜਾਈ ਆ। ਕਿਉਂਕਿ ਇਸ ਮੋਦੀ ਸਰਕਾਰ ਨੇ ਜਿੰਨੇ ਵੀ ਕਾਨੂੰਨ ਪਾਸ ਕੀਤੇ ਆ, ਇਕੱਲਾ ਇਹ ਖੇਤੀ ਤੇ ਕਾਨੂੰਨ ਹੀ ਨਹੀਂਗਾ, ਇੱਕ ਲੇਬਰ ਕੋਡ ਦੇ ਵਿੱਚ ਵੀ ਉਹਨਾਂ ਨੇ 40-45 ਜਿਹੜੇ ਆ ਬਿੱਲ ਜਿਹੜੇ ਪਾਸ ਕੀਤੇ, ਉਹਨਾਂ ਦੇ ਖਿਲਾਫ ਵੀ ਜਿਹੜੇ ਆ ਬਹੁਤ ਤਕੜਾ ਇਹਨਾਂ ਨੇ ਪ੍ਰੋਪੋਗੰਡਾ ਕੀਤਾ ਆ। ਸਾਰੀ ਦੁਨੀਆ ਇਸ ਜਿਹੜੀ ਸੈਂਟਰ ਸਰਕਾਰ ਤੋਂ ਦੁਖੀ ਆ ਔਰ ਜੇ ਅਸੀਂ ਹੁਣ ਇਕੱਠੇ ਨਾ ਹੋ ਕੇ ਸੰਘਰਸ਼ ਇਹਨਾਂ ਦੇ ਖਿਲਾਫ ਨਾ ਲੜਿਆ, ਆਉਣ ਵਾਲੇ ਸਮੇਂ ਦੇ ਵਿੱਚ ਤਾਂ ਅਸੀਂ ਫਾਹੇ ਲੈਣ ਵਾਸਤੇ ਮਜਬੂਰ ਹੋ ਜਾਵਾਂਗੇ। ਉੜੀਸਾ ਦੇ ਸਾਡੇ ਜਿੰਨੇ ਵੀ ਭੈਣ ਭਰਾ ਭਾਈਚਾਰਕ ਸਾਡੇ ਲੋਕ ਆ, ਉਹਨਾਂ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ, ਇਹ ਲੜਾਈ ਕਿਸੇ ਧਰਮ ਦੀ ਨਹੀਂ, ਕਿਸੇ ਜਾਤ ਦੀ ਨਹੀਂ, ਕਿਸੇ ਪਾਤ ਦੀ ਨਹੀਂ, ਇੱਕ ਕਿੱਤਾ ਬਚਾਉਣ ਦੀ ਲੜਾਈ ਆ, ਇੱਕ ਆਪਣਾ ਦੇਸ਼ ਬਚਾਉਣ ਦੀ ਲੜਾਈ ਆ, ਆਪਣਾ ਰੁਜ਼ਗਾਰ ਬਚਾਉਣ ਦੀ ਲੜਾਈ ਆ। ਅਸੀਂ ਆਪ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਜਿਸ ਤਰ੍ਹਾਂ ਉੜੀਸਾ ਦੇ ਵਿੱਚ ਵੀ ਬੈਠੇ ਹੋ, ਤੁਸੀਂ ਵੀ ਉੱਥੇ ਇਹੋ ਜਿਹੀਆਂ ਐਜੀਟੇਸ਼ਨਾਂ ਚਲਾਓ ਜੋ ਅਸੀਂ ਸਾਡੇ ਸੰਯੁਕਤ ਮੋਰਚਾ ਵੱਲੋਂ ਕੋਈ ਕਾਲ ਦਿੱਤੀ ਜਾਂਦੀ ਹੈ ਪੂਰੇ ਦੇਸ਼ ਦੇ ਵਿੱਚ। ਅਸੀਂ ਬੰਬੇ ਦੇ ਵਿੱਚ ਵੀ ਸਾਡੀਆਂ ਉੱਥੇ ਮੀਟਿੰਗਾਂ ਹੋਈਆਂ, ਗੁਜਰਾਤ ਦੇ ਵਿੱਚ ਵੀ ਹੋਈਆਂ ਆ, ਮਤਲਬ ਉੱਥੇ ਪ੍ਰੈਸ ਕਾਨਫਰੰਸਾਂ ਵੀ ਹੋਈਆਂ ਆ। ਸਾਰੀਆਂ ਜਗ੍ਹਾ ਤੇ ਹੌਲੀ ਹੌਲੀ ਜਿਹੜਾ ਇਹ ਸੰਘਰਸ਼ ਫੈਲ ਰਿਹਾ ਹੈ, ਲੋਕੀ ਉੱਥੇ ਅਵੇਅਰ ਹੋ ਰਹੇ ਆ। ਜਿੰਨਾ ਵੀ ਭਾਈਚਾਰਾ ਆ
ਸਾਡਾ ਉੱਥੇ ਸਾਡੇ ਨਾਲ ਸਾਥ ਦੇਣ ਵਾਸਤੇ ਤਿਆਰ ਹੈ। ਅਸੀਂ ਇਹ ਬੇਨਤੀ ਕਰਦੇ ਹਾਂ ਉੜੀਸਾ ਦੇ ਸਾਡੇ ਆਪਣੇ ਭਾਈਚਾਰੇ ਨੂੰ ਕਿ ਸਾਡਾ ਇਸ ਅੰਦੋਲਨ ਦੇ ਵਿੱਚ ਸਾਥ ਦਿਓ। ਦੇਖੋ, ਇਹ ਅੰਦੋਲਨ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਅੰਦੋਲਨ ਪਹਿਲੀ ਵਾਰੀ ਹੋਇਆ ਤੇ ਜੇ ਅਸੀਂ ਇਸ ਤੋਂ ਹਾਰ ਗਏ ਜ਼ਿੰਦਗੀ ਦੇ ਵਿੱਚ ਮੁੜ ਦੁਬਾਰਾ ਜਿਹੜਾ ਅੰਦੋਲਨ ਨਹੀਂ ਹੋਣਾ। ਅਸੀਂ ਆਪ ਸਾਰਿਆਂ ਨੂੰ ਅਪੀਲ ਕਰਦੇ ਕਿ ਇਸ ਅੰਦੋਲਨ ਦੇ ਵਿੱਚ ਜਿਹੜਾ ਤੁਸੀਂ ਸਾਡਾ ਸਾਥ ਦਿਓ। ਇਸ ਸੈਂਟਰ ਸਰਕਾਰ ਦੀਆਂ ਜਿਹੜੀਆਂ ਕਾਲੀਆਂ ਨੀਤੀਆਂ ਆ ਇਹਨਾਂ ਦੇ ਖਿਲਾਫ ਆਪ ਵੀ ਸਾਡੇ ਨਾਲ ਖੜੇ ਹੋਏ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਥੋਂ ਜਿੱਤ ਪ੍ਰਾਪਤ ਕਰਕੇ ਆਪ ਸਾਰਿਆਂ ਦੇ ਸਹਿਯੋਗ ਦੇ ਨਾਲ ਜਾਈਏ ਤਾਂ ਇਸ ਸਰਕਾਰ ਨੂੰ ਪਤਾ ਲੱਗ ਸਕੇ ਕਿ ਕਿਉਂਕਿ ਇੱਕ ਦੇਸ਼ ਦਾ ਜਿਹੜਾ ਰਾਜਾ ਹੁੰਦਾ, ਇੱਕ ਪ੍ਰਧਾਨ ਮੰਤਰੀ ਹੁੰਦਾ, ਉਹਦੀ ਪ੍ਰਜਾ ਆ, ਪ੍ਰਜਾ ਦਾ ਖਿਆਲ ਰੱਖਣਾ ਉਹਦਾ ਫਰਜ਼ ਆ। ਕਿਉਂਕਿ ਇੱਕ ਪਰਿਵਾਰਿਕ ਤੌਰ ਤੇ ਅਸੀਂ ਉਹਦੀ ਪ੍ਰਜਾ, ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ। ਸਾਨੂੰ ਇਹ ਆਸ ਨਹੀਂ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡਾ ਹੀ ਗਲ ਘੁੱਟਣ ਦੀਆਂ ਤਿਆਰੀਆਂ ਕਰੂਗੇ, ਕਿਉਂਕਿ ਕਾਰਪੋਰੇਟ ਘਰਾਣਿਆਂ ਦੇ ਹੱਕਾਂ ਦੇ ਵਿੱਚ ਭੁਗਤਣ ਵਾਲੀ ਸਰਕਾਰ ਅੱਜ ਕਿਤੇ ਨਾ ਕਿਤੇ ਪੰਜਾਬ ਦੀ ਤੇ ਹਰਿਆਣੇ ਦੀ ਕਿਸਾਨੀ ਵੀ ਫੇਲ ਕਰਨ ਨੂੰ ਜਾ ਰਹੀ ਆ। ਸਿਰਫ 2 ਸਟੇਟਾਂ ਦੇ ਵਿੱਚ ਹੀ ਜਿਹੜੀ ਇਹ ਖਰੀਦ ਸੀਗੀ ਕਣਕ ਤੇ ਝੋਨੇ ਦੀ, ਔਰ ਇੱਥੇ ਹੀ ਸਰਕਾਰੀ ਮੰਡੀਆਂ ਲੱਗਦੀਆਂ ਸੀਗੀਆਂ, ਔਰ ਅੱਜ ਇਹਨਾਂ ਦੋਨਾਂ ਸਟੇਟਾਂ ਦੇ ਉੱਪਰ ਬਿੱਲ ਲਾਗੂ ਕਰਕੇ ਤੇ ਅੱਜ ਸਾਨੂੰ ਵੀ ਬਿਹਾਰ ਤੇ ਯੂਪੀ ਬਿਹਾਰ ਵਰਗੀਆਂ ਸਟੇਟਾਂ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਕੰਮ ਕਰਨ ਵਾਸਤੇ ਮਜਬੂਰ ਕਰੂਗੀ। ਇਹ ਜਿਹੜਾ ਸਾਨੂੰ ਬਿਲਕੁਲ ਬਰਦਾਸ਼ਤ ਨਹੀਂ। ਇਹਦੇ ਹੀ ਖਿਲਾਫ ਸਾਡੇ ਪੰਜਾਬ ਦੇ ਵਿੱਚੋਂ ਜਦੋਂ ਸੰਘਰਸ਼ ਉੱਠਿਆ, ਕਿਉਂਕਿ ਪੰਜਾਬ ਦੇ ਵਿੱਚੋਂ ਜਿੰਨੇ ਵੀ ਸੰਘਰਸ਼ ਉੱਠੇ ਅੱਜ ਤੱਕ ਫੇਲ ਨਹੀਂ ਹੋਏ। ਬਾਬੇ ਨਾਨਕ ਦੀ ਪੂਰੀ ਕਿਰਪਾ, ਗੁਰੂ ਗੋਬਿੰਦ ਸਿੰਘ ਜੀ ਦੇ ਅਸੀਂ ਵਾਰਿਸ ਹਾਂ, ਉਹਨਾਂ ਦੀ ਸੇਧ ਲੈ ਕੇ ਅਸੀਂ ਤੁਰੇ ਹਾਂ ਔਰ ਜੰਗਾਂ ਲੜਨਾ ਤੇ ਜਿੱਤਣਾ ਬੜੀ ਬਖੂਬੀ ਜਾਣਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਆਪ ਤੁਸੀਂ ਸਾਰੇ ਉੜੀਸਾ ਵਾਸੀ ਵੀ ਸਾਨੂੰ ਪੂਰਨ ਸਹਿਯੋਗ ਦਿਓ ਤਾਂ ਜੋ ਅਸੀਂ ਇਸ ਸੰਘਰਸ਼ ਨੂੰ ਜਿੱਤ ਸਕੀਏ। ਲਾਸਟ ਤੁਸੀਂ ਸਰਕਾਰ ਕੋਲੋਂ ਕੀ ਲੱਗਦਾ ਕਿ ਤੁਹਾਨੂੰ ਸਰਕਾਰ ਕਿਸਾਨਾਂ ਦੀ ਗੱਲ ਮੰਨੇਗੀ? ਦੇਖੋ, ਸਰਕਾਰਾਂ ਮੰਨਦੀਆਂ ਨਹੀਂ ਹੁੰਦੀਆਂ, ਉਹਨਾਂ ਨੂੰ ਮਨਾਇਆ ਜਾਂਦਾ ਹੈ। ਸੰਘਰਸ਼ ਇਸ ਕਰਕੇ ਹੀ ਲੜਿਆ ਜਾਂਦਾ ਕਿ ਉਹਨਾਂ ਨੂੰ ਮਜਬੂਰ ਕੀਤਾ ਜਾ ਸਕੇ। ਅਸੀਂ ਤਾਂ ਜਦੋਂ ਪੰਜਾਬ ਦੇ ਵਿੱਚ ਬੈਠੇ ਸੀ ਉਦੋਂ ਇਹਨਾਂ ਨੂੰ ਕਿਹਾ ਸੀਗਾ ਕਿ ਜੇ ਕੋਈ ਇਹਦੇ ਵਿੱਚ ਫਾਲਟ ਦਿਸਦਾ ਫਾਲਟਾਂ ਨੂੰ ਦੂਰ ਕਰ ਦਿਓ, ਪਰ ਉਦੋਂ ਉਹਨਾਂ ਨੇ ਫਾਲਟ ਦੂਰ ਨਹੀਂ ਕੀਤੇ। ਅੱਜ ਫਾਲਟ ਦੂਰ ਕਰਨ ਦੀਆਂ ਗੱਲਾਂ ਕਰਦੇ। ਅੱਜ ਪੂਰਾ ਦੇਸ਼ ਇਕੱਠਾ ਹੋ ਗਿਆ ਹੈ। ਪੂਰੇ MSP ਤੇ ਗਰੰਟੀ ਕਹਿੰਦੇ ਦਿਓ ਸਾਰਾ ਪੂਰਾ, ਜਿੰਨੀਆਂ ਬਾਕੀ ਸਟੇਟਾਂ ਉਹ ਵੀ ਸਾਡੇ ਨਾਲ ਲੱਗ ਗਈਆਂ, ਕਿਉਂਕਿ ਜਦੋਂ MSP ਤੇ ਗਰੰਟੀ ਲੈਣੀ ਆ ਫਿਰ ਪੂਰਾ ਜਿਹੜਾ ਆ ਸਾਡੇ ਬਾਕੀ ਸਟੇਟਾਂ ਦਾ ਵੀ ਮੁੱਦਾ ਹੈਗਾ ਆ। ਸੰਘਰਸ਼ ਕਰਨਾ ਸਾਡਾ ਹੱਕ ਆ। ਸਰਕਾਰ ਨੂੰ ਇਹ ਦੇਖ ਲੈਣਾ ਚਾਹੀਦਾ ਆ ਕਿ ਜੇਕਰ ਇਹ ਸਾਡੇ ਲੋਕ, ਸਾਡੇ ਇਹ ਕਿਸਾਨ ਅੱਜ ਔਖੇ ਸਮੇਂ ਦੇ ਵਿੱਚ ਇਹ ਸੜਕਾਂ ਤੇ ਬੈਠ ਕੇ ਸੰਘਰਸ਼ ਕਰ ਰਹੇ ਆ, ਇਹਨਾਂ ਨੂੰ ਪਤਾ ਆ, ਕਿਉਂਕਿ ਪੜ੍ਹੇ ਲਿਖੇ ਸਾਰੇ ਕਿਸਾਨ ਆ। ਅੱਜ ਭਾਈਚਾਰਾ ਸਾਡਾ ਪੜ੍ਹਿਆ ਲਿਖਿਆ, ਉਹਨਾਂ ਨੂੰ ਇਹਨਾਂ ਬਿੱਲਾਂ ਦੀ ਵੀ ਸਮਝ ਆ ਗਈ ਆ ਔਰ ਅਸੀਂ ਆਪਣਾ ਹੱਕ ਸਮਝਦੇ ਹਾਂ। ਸਰਕਾਰ ਨੂੰ ਚਾਹੀਦਾ ਕਿ ਇਹਨਾਂ ਬਿੱਲਾਂ ਨੂੰ ਰੱਦ ਕਰ ਦਿਓ। ਜੇਕਰ ਅਸੀਂ ਨਹੀਂ ਚਾਹੁੰਦੇ ਇਹਨਾਂ ਬਿੱਲਾਂ ਨੂੰ ਰੱਦ ਕਰ ਦਿਓ, ਔਰ ਰੱਦ ਕਰਨ ਤੋਂ ਉਰੇ ਸਾਡੇ ਕੋਲ ਕੋਈ ਹੱਲ ਦਿਸਦਾ ਨਹੀਂਗਾ। ਸਰਕਾਰ ਨੂੰ ਆਪ ਹੀ ਚਾਹੀਦਾ ਆ। ਸੰਘਰਸ਼ ਜਿਹੜਾ ਅਸੀਂ ਸੰਘਰਸ਼ ਲੜ ਰਹੇ ਹਾਂ ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੱਕੀ ਆਪਣੀ ਜਿੱਤ ਪ੍ਰਾਪਤ ਕਰਾਂਗੇ ਔਰ ਸਰਕਾਰ ਨੂੰ ਆਪਣੀ ਜਿਹੜਾ ਇਸ ਕਾਲੇ ਕਾਨੂੰਨ ਲਾਗੂ ਕੀਤੇ ਆ ਇਹਨਾਂ ਨੂੰ ਗਲਤੀ ਦਾ ਅਹਿਸਾਸ ਹੋ ਜਾਣਾ ਚਾਹੀਦਾ, ਕਰ ਲੈਣਾ ਚਾਹੀਦਾ ਆ। ਆਉਣ ਵਾਲੇ ਸਮੇਂ ਦੇ ਵਿੱਚ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਨੂੰ ਹੁਣ ਸਹਿਯੋਗ ਮਿਲ ਰਿਹਾ ਦੇਸ਼ ਵਿਦੇਸ਼ਾਂ ਦੇ ਵਿੱਚੋਂ, ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਸਹਿਯੋਗ ਮਿਲਦਾ ਰਹੇ ਤੇ ਅਸੀਂ ਇੱਥੋਂ ਜਿੱਤ ਪ੍ਰਾਪਤ ਕਰਕੇ ਉੱਠੀਏ। ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤੁਹਾਡਾ ਨਾਂ, ਤੁਸੀਂ ਕਿੱਥੋਂ ਆਏ ਹੋ ਸਾਰਾ? ਮੇਰਾ ਨਾਂ ਜੀ ਅਮਰਜੀਤ ਸਿੰਘ ਰੜਾ। ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਦੁਆਬਾ ਕਿਸਾਨ ਕਮੇਟੀ ਦੇ ਸੇਵਾਦਾਰ ਬਣ ਕੇ ਇੱਥੇ ਕਿਸਾਨ ਘੋਲ ਦੇ ਵਿੱਚ ਸ਼ਾਮਲ ਹੋਏ ਹਾਂ। ਅੱਛਾ, ਇਸ ਮੋਰਚੇ ਨੂੰ ਤੁਸੀਂ ਕਿਸ ਐਂਗਲ ਤੋਂ ਦੇਖ ਰਹੇ ਹੋ ਔਰ ਕਿੱਥੇ ਤੱਕ ਇਹ ਜਾਏਗਾ, ਤੁਸੀਂ ਥੋੜ੍ਹਾ ਜਿਹਾ ਦੱਸੋ। ਦੇਖੋ, 90 ਦਿਨ ਤੋਂ ਉੱਪਰ ਹੋ ਗਏ ਜੀ ਇਹ ਕਿਸਾਨੀ ਘੋਲ ਨੂੰ ਚੱਲਦੇ ਆ, ਇਸ ਅੰਦੋਲਨ ਨੂੰ ਚੱਲਦੇ ਆ। ਕਿੱਥੇ ਤੱਕ ਜਾਏਗਾ ਇਹ ਤੇ ਸਰਕਾਰ ਦੱਸ ਸਕਦੀ ਹੈ ਜੀ। ਅਸੀਂ ਸਾਡੇ ਪ੍ਰਬੰਧਾਂ ਦੇ ਅੰਦਾਜ਼ਾ ਜਿਹੜਾ ਆ ਉਹ ਤੁਸੀਂ ਲਾ ਸਕਦੇ ਹੋ ਕਿ ਅਸੀਂ ਤੇ ਪੱਕੇ ਪੈਰੀ ਬੈਠੇ ਹੋਏ ਹਾਂ। ਇਹ ਸਰਕਾਰ ਦੇਖੇ ਕਿ ਕਦੋਂ ਉਠਾਉਣਾ, ਔਰ ਜਿੱਥੇ ਤੱਕ ਇਹ ਅੰਦੋਲਨ ਦੀ ਗੱਲ ਹੈ, ਪੰਜਾਬ ਨੇ ਇਸ ਅੰਦੋਲਨ ਦਾ ਮੁੱਢ ਬੰਨ੍ਹਿਆ ਤੇ ਵੱਡੀ ਪੱਧਰ ਦੇ ਉੱਤੇ ਵੱਖ-ਵੱਖ ਸਟੇਟਾਂ ਨੇ ਉਹਨਾਂ ਤੋਂ ਬਾਅਦ ਪੰਜਾਬ ਤੋਂ ਬਾਅਦ ਹਰਿਆਣਾ ਨਾਲ ਆਇਆ, ਫਿਰ ਯੂਪੀ ਤੇ ਰਾਜਸਥਾਨ ਨਾਲ ਆਇਆ ਤੇ ਹੁਣ ਵੱਖ-ਵੱਖ ਜਿਹੜੀਆਂ ਸਟੇਟਾਂ ਉਹ ਇਸ ਘੋਲ ਦੇ ਵਿੱਚ ਕੁੱਦ ਚੁੱਕੀਆਂ ਔਰ ਇਹ ਘੋਲ ਜਿਹੜਾ ਹੈ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਅੰਦੋਲਨ ਬਣ ਚੁੱਕਿਆ ਹੈ। ਦੁਨੀਆ ਭਰ ਦੀਆਂ ਜਿਹੜੀਆਂ ਸਰਕਾਰਾਂ ਵੱਖ-ਵੱਖ ਦੇਸ਼ਾਂ ਦੀਆਂ ਉਹ ਇਹਨਾਂ ਦਾ ਸਮਰਥਨ ਕਰਦੀਆਂ, ਵੱਖ-ਵੱਖ ਭਾਈਚਾਰੇ ਇਹਦਾ ਸਮਰਥਨ ਕਰਦੇ ਤੇ ਸਭ ਤੋਂ ਵੱਡੀ ਗੱਲ
ਇੱਥੇ ਇਸ ਅੰਦੋਲਨ ਦੇ ਵਿੱਚ ਭਾਵੇਂ ਕਿ ਪੰਜਾਬ ਦੇ ਵਿੱਚ ਤੇ ਸਿੱਖਾਂ ਦੀ ਬਹੁ ਗਿਣਤੀ ਇਹਦੇ ਵਿੱਚ ਸ਼ਾਮਲ ਹੈ, ਪਰ ਹੁਣ ਇਸ ਅੰਦੋਲਨ ਨੂੰ ਚਲਾਉਣ ਦੇ ਵਿੱਚ ਪਿੱਛੇ ਖੜੇ ਹੋ ਕੇ, ਜਿਵੇਂ ਹਰਿਆਣਾ ਕਹਿੰਦਾ ਕਿ ਛੋਟਾ ਭਾਈ ਬਣ ਕੇ, ਮੈਂ ਭਰਾ ਬਣ ਕੇ ਕੰਮ ਕਰ ਰਿਹਾ, ਪਰ ਉਹਦੇ ਨਾਲ ਹੁਣ ਯੂਪੀ, ਰਾਜਸਥਾਨ, ਬੰਗਾਲ, ਮੱਧ ਪ੍ਰਦੇਸ਼, ਬਿਹਾਰ, ਗੁਜਰਾਤ ਇਹ ਖੜੇ ਆ। ਹੁਣ ਆਉਣ ਵਾਲੀਆਂ ਜਿਹੜੀਆਂ, ਜੇ ਤੁਸੀਂ ਹੋਰ ਅਗਲਾ ਸਵਾਲ ਪੁੱਛੋ, ਤੇ 5 ਸਟੇਟਾਂ ਦੀਆਂ ਇਲੈਕਸ਼ਨਸ ਦੇ ਵਿੱਚ ਇਸ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਉੱਥੇ ਉਸ ਲੜਾਈ 'ਚ ਵੀ ਕੁੱਦਣ ਨੂੰ ਤਿਆਰ ਹੈ। ਤੇ ਖਾਸ ਸਾਡਾ ਸਿੱਧਾ ਲੋਕਾਂ ਨੂੰ ਜਿਹੜਾ ਆ ਇੱਕ ਅਪੀਲ ਹੈ ਸਾਡੀ ਕਿ ਕਿਸੇ ਨੂੰ ਵੀ ਤੁਸੀਂ ਜਿੱਤ ਦਵਾ ਦਿਓ, ਪਰ ਇਸ ਹੰਕਾਰੀ ਹੋਈ ਤੇ ਹਿਟਲਰ ਸ਼ਾਹੀ ਵਾਲੀ ਸਰਕਾਰ ਜਿਹੜੀ ਹੈ, ਤਾਨਾਸ਼ਾਹੀ ਸਰਕਾਰ ਨੂੰ ਤੁਸੀਂ ਇਹ ਕਿਸੇ ਵੀ ਦੇਸ਼ ਦੇ ਕੋਨੇ ਦੇ ਵਿੱਚ ਵੀ ਇਹਨਾਂ ਦਾ ਨਾਂ ਨਿਸ਼ਾਨ ਨਹੀਂ ਰਹਿਣਾ ਚਾਹੀਦਾ। ਇਹਨਾਂ ਦੀ ਸਰਕਾਰ ਜਿਹੜੀ ਨਹੀਂ ਬਣਨੀ ਚਾਹੀਦੀ, ਕਿਤੇ ਵੀ ਇਹਨਾਂ ਦਾ ਮੁੱਖ ਮੰਤਰੀ ਨਹੀਂ ਬਣਨਾ ਚਾਹੀਦਾ। ਔਰ ਇਹਨਾਂ ਨੂੰ ਜਿੰਨਾ ਚਿਰ ਇਹ ਸੱਟ ਨਹੀਂ ਵੱਜਦੀ, ਉਨਾ ਚਿਰ ਇਹਨਾਂ ਦਾ ਹੰਕਾਰ ਜਿਹੜਾ ਆ, ਸੱਤਾ ਦਾ ਹੰਕਾਰ, ਰਾਜ ਦਾ ਹੰਕਾਰ, ਤਾਕਤ ਦਾ ਹੰਕਾਰ, ਉਹ ਖਤਮ ਨਹੀਂ ਹੋ ਸਕਦਾ। ਹੁਣ ਅਸੀਂ 5 ਸਟੇਟਾਂ 'ਚ ਵੀ ਜਾਵਾਂਗੇ ਤੇ ਇਹ ਘੋਲ ਨਿਰੰਤਰ ਤਿੰਨੇ ਕਾਨੂੰਨ ਰੱਦ ਕਰਾਉਣ ਤੇ ਜਿਹੜੇ ਬਾਕੀ ਇਹਦੇ ਨਾਲ MSP ਹੈਗੀ ਹੈ ਉਹਦੀ 23 ਦੀਆਂ 23 ਫਸਲਾਂ ਤੇ ਗਰੰਟੀ ਲੈਣ ਤੱਕ, ਉਹਦੇ ਤੇ ਕਾਨੂੰਨ ਬਣਾਉਣ ਤੱਕ, ਔਰ ਉਹਦੇ ਤੋਂ ਬਾਅਦ ਜਿਹੜੇ 2 ਬਿੱਲ ਜਿਹਨਾਂ ਤੇ ਮੰਨੀ ਹੋਈ ਸਰਕਾਰ ਉਹ ਸਾਰੇ ਰੱਦ ਕਰਾਉਣ ਤੱਕ ਇਹ ਘੋਲ ਜਾਰੀ ਰਹੇਗਾ। ਜਿੰਨਾ ਚਿਰ ਸਰਕਾਰ ਨਹੀਂ ਮੰਨਦੀ, ਸਰਕਾਰ ਦੇਖੇ ਕਦੋਂ ਮੰਨਣਾ। ਤੇ ਨਾ ਤਾਂ ਕਿਸੇ ਦੇ ਮਨਾਂ ਦੇ ਠੇਸ ਪਹੁੰਚਾਉਣ ਵਾਸਤੇ ਆਇਆ, ਬਸ ਸੱਚਾਈ ਦਿਖਾਉਣੀ ਹੈ ਕਿ ਸੱਚਾਈ ਕੀ ਹੈ। ਔਰ ਇੱਥੇ ਦੇ ਕਿਸਾਨ, ਹਰਿਆਣਾ, ਰਾਜਸਥਾਨ, ਜਿੰਨੇ ਵੀ ਅਦਰ ਸਟੇਟਸ ਆ ਗਏ ਆ, ਇੱਥੇ ਕਿਸਾਨ ਮੋਰਚਾ ਜਿਹੜੇ ਬੈਠੇ ਆ, ਉਹ ਆਪਣੇ ਪ੍ਰੋਟੈਸਟ ਕਿਸ ਤਰ੍ਹਾਂ ਕਰ ਰਹੇ ਆ ਔਰ ਕਿਵੇਂ ਡਿਸਿਪਲਿਨ ਦੇ ਨਾਲ ਕਰ ਰਹੇ ਆ, ਉਹ ਕੀ ਆਪਣੇ ਹੱਕ ਮੰਗ ਰਹੇ ਆ। ਇੱਕ ਵੱਡਾ ਸਵਾਲ ਇਹ ਹੈ, ਉੜੀਸਾ ਦੇ ਵਿੱਚ ਜਿਹੜੇ ਸਿਟੀ 'ਚ ਮੈਂ ਰਹਿਣਾ, ਰੌਰਕਲਾ, ਉਹਦੇ ਵਿੱਚ 26 ਜਨਵਰੀ ਨੂੰ ਲੈ ਕਰ ਬੜੇ ਜਿੰਨੇ ਵੀ ਪੇਪਰਸ ਹੈਗੇ, ਲੋਕਲ ਪੇਪਰਸ ਹੈਗੇ ਉੱਥੇ ਇਹ ਲਿਖਿਆ ਕਿ ਸਾਡਾ ਨੈਸ਼ਨਲ ਫਲੈਗ ਦਾ ਡਿਸਰਿਸਪੈਕਟ ਕੀਤਾ ਗਿਆ। ਤੇ ਤੁਸੀਂ ਥੋੜ੍ਹਾ ਜਿਹਾ ਸਾਂਝ ਕਰ ਸਕਦੇ ਹੋ ਤਾਂ ਕਿ ਉਹਨਾਂ ਨੂੰ ਕਲੈਰੀਫਾਈ ਹੋ ਸਕੇ। ਕਿਉਂਕਿ ਜਦੋਂ ਮੈਂ ਉੜੀਆ ਨਿਊਜ਼ਪੇਪਰ ਪੜ੍ਹ ਰਿਹਾ ਸੀ ਤਾਂ ਬੜਾ ਮੈਨੂੰ ਖਰਾਬ ਲੱਗਿਆ, ਜਦੋਂ ਸਾਡੇ ਸਿੱਖ ਰੈਜੀਮੈਂਟ ਦੇ ਜਵਾਨ ਸ਼ਹੀਦ ਹੁੰਦੇ ਆ, ਉਹ ਵੀ ਤਿਰੰਗੇ ਦੇ ਉੱਤੇ ਲਪੇਟ ਕੇ ਆਉਂਦੇ ਆ। ਤੇ ਥੋੜ੍ਹਾ ਜਿਹਾ ਤੁਸੀਂ ਕਲੈਰੀਫਾਈ ਕਰ ਦਿਓ ਉੜੀਸਾ ਦੇ ਲੋਕਾਂ ਨੂੰ ਵੀ, ਤੇ ਜਿਨ੍ਹਾਂ ਨੂੰ ਇੰਡੀਆ ਦੇ ਵਿੱਚ ਵੀ ਭਰਮ ਹੈਗਾ ਕਿ ਅਸੀਂ ਡਿਸਰਿਸਪੈਕਟ ਕੀਤਾ ਨੈਸ਼ਨਲ ਫਲੈਗ ਦਾ, ਉਹ ਥੋੜ੍ਹਾ ਜਿਹਾ ਕਲੈਰੀਫਾਈ ਕਰੋ। ਦੇਖੋ, ਪਹਿਲੀ ਤਾਂ ਗੱਲ ਇਹ ਕਿ 82-85% ਇਸ ਦੇਸ਼ ਦੀ ਆਜ਼ਾਦੀ 'ਚ ਕੁਰਬਾਨੀਆਂ ਦੇਣ ਵਾਲੇ ਇਹ ਪੰਜਾਬੀ ਲੋਕ ਜਾਂ ਸਿੱਖ ਕਮਿਊਨਿਟੀ ਜਿੰਨੇ ਵੱਡੇ ਉਸ ਅੰਦੋਲਨ ਦੇ ਵਿੱਚ, ਉਸ ਆਜ਼ਾਦੀ ਦੇ ਘੋਲ ਦੇ ਵਿੱਚ ਆਪਣਾ ਹਿੱਸਾ ਪਾਇਆ ਤੇ ਇਸ ਤਿਰੰਗੇ ਦੀ ਹੋਂਦ ਨੂੰ ਕਾਇਮ ਰੱਖਿਆ, ਕੀ ਉਹ ਅਪਮਾਨ ਕਰ ਸਕਦੇ? ਪਹਿਲਾ ਸਵਾਲ ਤਾਂ ਇਹ। ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਲੋਕ, ਸਾਡੇ ਭੈਣ ਭਰਾ ਇਸ ਗੱਲ ਨੂੰ ਸਮਝਣ ਕਿ ਉਹ ਤਿਰੰਗੇ ਦਾ ਅਪਮਾਨ ਕਰ ਸਕਦੇ। ਚੀਨ ਹਮਲਾ ਕਰਦਾ ਹੈ ਤੇ ਚੀਨ ਨੂੰ ਮੂੰਹ ਤੋੜ ਜਵਾਬ ਦੇਣ ਵੇਲੇ ਜੇ 20 ਸ਼ਹਾਦਤਾਂ ਹੁੰਦੀਆਂ ਤੇ 16 ਜਿਹੜੇ ਆ ਤਿਰੰਗੇ 'ਚ ਲਿਪਟ ਕੇ ਪੰਜਾਬ ਦੇ ਪੁੱਤ ਆਉਂਦੇ ਆ, ਕੀ ਉਹ ਤਿਰੰਗੇ ਦਾ ਅਪਮਾਨ ਕਰ ਸਕਦੇ ਆ? ਰਾਜਨਾਥ ਸਿੰਘ ਜੀ ਜਦੋਂ ਬਾਰਡਰ ਦੇ ਉੱਤੇ ਇਹਨਾਂ ਨੂੰ ਹੀ ਜਕਾਰੇ ਬੁਲਾਉਣ ਲਈ ਕਹਿੰਦੇ ਆ ਤੇ ਚੀਨ ਨੂੰ ਲਲਕਾਰਦੇ ਆ, ਤੇ ਜੇ ਸਰਹੱਦਾਂ ਦੇ ਉੱਤੇ ਜਾਨਾਂ ਵਾਰਨ ਵਾਲੇ ਕੀ ਅੱਜ ਆਪਣੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਤਿਰੰਗੇ ਦੀ ਬੇਅਦਬੀ ਦੀ ਗੱਲ ਕਰਨਗੇ? ਬਿਲਕੁਲ ਇੱਕ ਨੀਵੇਂ ਪੱਧਰ ਦੀ ਗੱਲ ਹੈ, ਸਰਕਾਰ ਵੱਲੋਂ ਪ੍ਰਚਾਰੀ ਹੋਈ ਗੱਲ ਹੈ। ਪਹਿਲੇ ਦਿਨ ਸਾਰਾ ਕੁਝ ਪ੍ਰਚਾਰਿਆ ਗਿਆ, ਪਰ ਅਗਲੇ ਦਿਨ ਹੀ ਉਹ ਵੀਡੀਓ ਸਾਹਮਣੇ ਆਉਂਦੀ ਹੈ ਕਿ ਤਿਰੰਗੇ ਦੀ ਜਗ੍ਹਾ ਤੇ ਉਹ ਨਿਸ਼ਾਨ ਸਾਹਿਬ ਨਹੀਂ ਲਗਾਇਆ ਗਿਆ, ਦੂਸਰੇ ਬੰਨੇ ਉਹ ਨਿਸ਼ਾਨ ਸਾਹਿਬ ਲਗਾਇਆ ਗਿਆ। ਤੇ ਕੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਲੱਗ ਕੇ ਸੈਂਟਰ ਗਵਰਨਮੈਂਟ ਫਤਿਹ ਦਿਵਸ ਜਦੋਂ ਮਨਾਉਂਦੀ ਹੈ ਉਦੋਂ ਨਿਸ਼ਾਨ ਸਾਹਿਬ ਨਹੀਂ ਲੱਗਦਾ, ਸਿੱਖ ਨਿਸ਼ਾਨ ਸਾਹਿਬ? ਕਿ ਜਦੋਂ ਆਰਮੀ ਬਾਰਡਰਾਂ ਤੇ ਮੂਵ ਹੁੰਦੀ ਹੈ ਤੇ ਗੁਰੂ ਸਾਹਿਬ ਨੂੰ ਲਿਜਾਣ ਵੇਲੇ ਜਾਂ ਗੱਡੀਆਂ ਦੇ ਉੱਤੇ ਉਹ ਨਿਸ਼ਾਨ ਸਾਹਿਬ ਨਹੀਂ ਲੱਗਦਾ? ਜਿੱਥੇ ਸਿੱਖ ਰੈਜੀਮੈਂਟ ਬੈਠਦੀ ਹੈ ਕੀ ਉਹ ਸਿੱਖ ਨਿਸ਼ਾਨ ਨਹੀਂ ਲੱਗਦਾ? ਲੱਗਦਾ ਹੈ। ਤੇ ਕਿਉਂ ਪ੍ਰਚਾਰਿਆ ਜਾ ਰਿਹਾ ਹੈ? ਸਿਰਫ ਤੇ ਸਿਰਫ ਇਸ ਅੰਦੋਲਨ ਨੂੰ ਪੰਜਾਬ ਤੱਕ ਸੀਮਿਤ ਕਰਨ ਵਾਸਤੇ, ਤੇ ਜਾਂ ਫਿਰ ਦੂਸਰੀਆਂ ਕਮਿਊਨਿਟੀਆਂ ਨੂੰ ਇਸ ਅੰਦੋਲਨ ਤੋਂ ਤੋੜਨ ਵਾਸਤੇ ਕਿ ਇਹ ਤਾਂ ਇਹ ਵੱਖਵਾਦੀ ਹੈ, ਇਹ ਅੱਤਵਾਦੀ ਹੈ, ਇਹ ਨੈਕਸਲਾਈਟ ਹੈ, ਖਾਲਿਸਤਾਨੀ ਹੈ।
ਇੱਦਾਂ ਦੀਆਂ ਗੱਲਾਂ ਕਰਕੇ ਇੱਕ ਜਿਹੜੀ ਖਾਸ ਤੇ ਲੜਨ ਵਾਲੀ ਹੈ। ਤੁਸੀਂ ਦੇਖ ਸਕਦੇ ਹੋ ਇਸ ਅੰਦੋਲਨ ਦੇ ਵਿੱਚ ਅੱਜ ਵੀ ਸ਼ਹਾਦਤਾਂ ਜਿਹੜੀਆਂ ਕਿਸਾਨਾਂ ਦੀਆਂ ਹੋਈਆਂ 90-95% ਸਿੱਖ ਸ਼ਹੀਦ ਹੋਏ ਜੀ ਇਹਦੇ 'ਚ। ਪਰ ਜਦੋਂ ਇਹ MSP ਮਿਲਣੀ ਹੈ ਪੂਰੇ ਭਾਰਤ ਦੇ ਲੋਕਾਂ ਨੂੰ ਮਿਲਣੀ ਹੈ, ਕੋਈ ਪੰਜਾਬ ਦੇ ਆਪਣੇ ਵਾਸਤੇ ਨਹੀਂ ਮੰਗ ਰਿਹਾ। ਜੇਕਰ ਤੁਸੀਂ ਸਿਰਫ ਪੱਗਾਂ ਨੂੰ ਲਾ ਕੇ ਜਾਂ ਸਿੱਖੀ ਨੂੰ ਲਾ ਕੇ ਇਸ ਅੰਦੋਲਨ ਦੀ ਤਸਵੀਰ ਦੇਖੋਗੇ ਫਿਰ ਤਾਂ ਤੁਹਾਡਾ ਓਪੀਨੀਅਨ ਬਣ ਸਕਦਾ ਕੋਈ ਵੀ। ਪਰ ਜਦੋਂ ਤੁਸੀਂ ਇਹਨਾਂ ਸ਼ਹਾਦਤਾਂ ਨੂੰ ਲਾ ਕੇ, ਇਸ ਮੰਗ ਨੂੰ ਲਾ ਕੇ ਚੱਲਦੇ ਲੰਗਰਾਂ ਦੇ ਵਿੱਚ ਸਾਰਿਆਂ ਭਾਈਚਾਰਿਆਂ ਦੀ ਸਾਂਝੀਵਾਲਤਾ ਦੀ ਗੱਲ ਜਦੋਂ ਤੁਸੀਂ ਦੁਨੀਆ ਤੱਕ ਪਹੁੰਚਾਓਗੇ ਤੇ ਫਿਰ ਇਹ ਚੀਜ਼ ਤੁਹਾਨੂੰ ਲੱਗਣੀ ਨਹੀਂ। ਅਖਬਾਰਾਂ ਵਿਕੀਆਂ ਹੋ ਸਕਦੀਆਂ, ਕਲਮਾਂ ਵਿਕੀਆਂ ਹੋ ਸਕਦੀਆਂ, ਇਹ ਕੈਮਰੇ ਤੇ ਨਿਊਜ਼ ਚੈਨਲ ਵਿਕੇ ਹੋ ਸਕਦੇ ਆ, ਪਰ ਗਰਾਊਂਡ ਤੇ ਚੱਲ ਰਿਹਾ ਪ੍ਰਵਾਹ ਕਦੀ ਵਿਕਿਆ ਨਹੀਂ ਹੁੰਦਾ। ਜੇ ਕਿਸੇ ਨੂੰ ਸ਼ੱਕ ਹੋਵੇ, ਕਿਸੇ ਨੂੰ ਗਲਤ ਕਿਸੇ ਤਰ੍ਹਾਂ ਦੀ ਗੱਲ ਪਹੁੰਚਾਈ ਜਾਵੇ ਤੇ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ। ਇੱਥੇ ਸਾਡੇ ਨਾਲ ਹਿੰਦੂ ਭਰਾ ਜਿਹੜੇ ਉਹ ਮੋਹਰੇ ਹੋ ਕੇ ਬੈਠੇ ਆ, ਮੁਸਲਮਾਨ ਭਰਾ ਲੰਗਰ ਲਾਈ ਬੈਠੇ ਆ, ਹਰਿਆਣਾ ਇੱਥੇ ਵਿੱਚ ਬੈਠਾ ਹੈ, ਦਿੱਲੀ ਵਿੱਚ ਬੈਠਾ ਹੈ, ਮੱਧ ਪ੍ਰਦੇਸ਼, UP ਬੈਠਾ ਹੈ। ਤੇ ਜੇ ਇਸ ਤਰ੍ਹਾਂ ਦੀ ਗੱਲ ਹੋਵੇ ਤੇ ਉਹ ਬੈਠਣ। ਇਹ ਸੱਚਮੁੱਚ ਇੱਕ ਜੁਟਤਾ ਦਾ ਪ੍ਰਤੀਕ ਹੈ ਅੰਦੋਲਨ। ਇਹਨੂੰ ਢਾਹ ਨਾ ਲਾਈ ਜਾਵੇ। ਇਹ ਜਿਹੜੇ ਸਿਰਫ ਤੇ ਸਿਰਫ ਵਿਕਾਊ ਮੀਡੀਆ ਦੇ ਮਗਰ ਲੱਗ ਕੇ ਇਸ ਤਰ੍ਹਾਂ ਦੇ ਗੱਲਾਂ ਨੂੰ ਨਾ ਪ੍ਰਚਾਰਿਆ ਜਾਵੇ। ਇਹ ਇੱਕ ਸਾਂਝਾ ਅੰਦੋਲਨ ਹੈ, ਪਰ ਲੜਨ ਵਾਲਿਆਂ ਦੀ ਗਿਣਤੀ ਪੰਜਾਬ ਦੀ ਵੱਧ ਹੈ ਤਾਂ ਉਹਨਾਂ ਨੂੰ ਵੱਖਰਾ ਕਰਨ ਦੀ ਚਾਲ ਹੈ ਸਰਕਾਰ ਦੀ। ਤੇ ਹੁਣ ਕਿਤੇ ਨਾ ਕਿਤੇ ਤੁਸੀਂ ਦੇਖ ਲਿਆ ਤੁਸੀਂ ਮੋਰਚਾ ਵੀ ਚੱਲ ਰਿਹਾ, ਡੀਜ਼ਲ ਦੇ ਰੇਟ ਵੀ ਹਾਈ ਕਰਤੇ, ਪੈਟਰੋਲ ਦੇ ਵੀ ਹਾਈ ਰੇਟ ਕਰਤੇ। ਕਿਤੇ ਨਾ ਕਿਤੇ ਲੱਗਦਾ ਹੈ ਇਹ ਮੈਚ ਕਰਦਾ ਮੋਰਚਾ ਨੂੰ ਲੈ ਕੇ। ਦੇਖੋ ਇਸ ਵੇਲੇ ਅੰਦੋਲਨ ਚੱਲ ਰਿਹਾ ਜੀ, ਪਰ ਦੂਸਰੇ ਬੰਨੇ ਪ੍ਰਾਈਮ ਮਿਨਿਸਟਰ ਸਾਹਿਬ ਜਾਂ ਦੇਸ਼ ਦੇ ਵਿੱਤ ਮੰਤਰੀ ਜਾਂ ਨਿਰਮਲਾ ਸੀਤਾਰਮਣ ਜੀ ਜਾਂ ਉਹਨਾਂ ਤੋਂ ਬਾਅਦ ਅਮਿਤ ਸ਼ਾਹ ਜੀ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ, ਪਿਊਸ਼ ਗੋਇਲ ਜੀ ਮੂੰਹ ਤੇ ਲਾ ਕੇ ਮਾਸਕ ਤੇ ਲਾ ਕੇ ਕਰੋਨੇ ਦਾ ਬਹਾਨਾ ਇਸ ਦੇਸ਼ ਨੂੰ ਲੁੱਟਣ ਤੇ ਲੱਗੇ ਹੋਏ। ਅੱਗੇ ਚੋਰ ਆਉਂਦੇ ਹੁੰਦੇ ਸੀ, ਮੂੰਹ ਬੰਨ੍ਹ ਕੇ ਆਉਂਦੇ ਸੀ ਤੇ ਰਾਤ ਨੂੰ ਆਉਂਦੇ ਸੀ। ਇਸ ਦੇਸ਼ ਦੀ ਬਦਕਿਸਮਤੀ ਹੈ ਕਿ ਇਹ ਜਿਹੜੇ ਚੋਰ ਹੈ ਦਿਨ ਦਿਹਾੜੇ ਆਏ ਬੈਠੇ ਹੈ ਤੇ ਉਹਨਾਂ ਨੇ ਕਰੋਨੇ ਦੇ ਬਹਾਨੇ ਦੇ ਨਾਲ ਮੂੰਹ ਢੱਕਿਆ ਹੋਇਆ ਹੈ ਤੇ ਇਸ ਦੇਸ਼ ਦੇ ਲੋਕਾਂ ਦੀ ਜੇਬ ਕੱਟਣ ਤੇ ਲੱਗੇ ਹੋਏ ਹੈ। ਇਸ ਦੇਸ਼ ਦੇ ਲੋਕਾਂ ਨੂੰ ਭੀਖ ਮੰਗਾ ਬਣਾਉਣ ਤੇ ਲੱਗੇ ਹੋਏ ਆ। ਇਸ ਦੇਸ਼ ਦੀ ਜਨਤਾ ਨੂੰ ਤੇ ਪਬਲਿਕ ਸੈਕਟਰ ਨੂੰ ਗੁਲਾਮ ਤੇ ਖਤਮ ਕਰਨ 'ਚ ਲੱਗੇ ਹੋਏ ਆ। ਜਿੰਨੇ ਵੀ ਅਦਾਰੇ ਆ ਇਸ ਦੇਸ਼ ਦੇ ਜਿਹੜੇ ਲੋਕਾਂ ਦੀ ਭਾਈਵਾਲੀ ਨਾਲ ਬਣੇ ਹੋਏ ਸੀ, ਲੋਕਾਂ ਲਈ ਬਣੇ ਹੋਏ ਸੀ, ਅੱਜ ਸਾਰੇ ਵੇਚੇ ਜਾ ਰਹੇ। LIC ਤੋਂ ਲੈ ਕੇ ਤੇ ਰੇਲਵੇ ਤੱਕ। ਜਦੋਂ ਅਸੀਂ ਹੁਣ ਮੈਂ ਤਿਰੰਗੇ ਦੇ ਨਾਲ ਜੋੜਦਾ ਸਾਡਾ ਸਨਮਾਨਜਨਕ ਝੰਡਾ ਹੈ, ਫਲੈਗ ਹੈ ਜਿਹਦੇ ਲਈ ਕੁਰਬਾਨੀਆਂ ਹੋਈਆਂ। ਧਰਮ ਦੇ ਝੰਡੇ ਅਲੱਗ ਹੋ ਸਕਦੇ, ਦੇਸ਼ ਦਾ ਝੰਡਾ ਇੱਕ ਹੈ। ਪਰ ਕੀ ਜਦੋਂ ਉਸੇ ਹੀ ਰੇਲਵੇ ਦੇ ਉੱਤੇ ਜਿੱਥੇ ਭਾਰਤੀ ਰੇਲਵੇ ਲਿਖਿਆ ਸੀ, ਅਡਾਨੀ ਰੇਲਵੇ ਤੇ ਜੇ ਭਾਰਤੀ ਦੀ ਜਿਹੜੀ ਭਾਰਤੀਅਤਾ ਦੀ ਉਹ ਅਪਮਾਨ ਨਹੀਂ, ਭਾਰਤ ਕੱਟ ਕੇ ਅਡਾਨੀ ਲਿਖਿਆ, ਅਡਾਨੀ ਭਾਰਤ ਨੂੰ ਵੱਡਾ ਹੋ ਗਿਆ। ਕੀ ਇਸ ਦੇਸ਼ ਦੇ ਵਿੱਚ ਇਹ ਅਪਮਾਨ ਨਹੀਂ ਹੋ ਰਿਹਾ ਉਸ ਭਾਰਤ ਸ਼ਬਦ ਦਾ ਜਿਹੜਾ ਅਖੰਡਤਾ ਦਾ ਪ੍ਰਤੀਕ ਸੀ? ਕੀ ਉਹ ਭਾਰਤ ਐਵੇਂ ਮਿਲਿਆ ਸੀ? ਇਹ ਨਾ ਐਵੇਂ ਮਿਲਿਆ ਸੀ ਤੇ ਅਡਾਨੀ ਦੇ ਪੈਰਾਂ ਦੇ ਵਿੱਚ ਸਾਰਾ ਕੁਝ ਰੱਖਣਾ। ਕੀ ਇਹ ਸਰਕਾਰ ਨੇ ਬਹੁਤ ਸਨਮਾਨ ਕੀਤਾ ਇਸ ਦੇਸ਼ ਦਾ? ਇਹ ਸਰਕਾਰ ਨੂੰ ਇਸ ਦੇਸ਼ ਦੇ ਲੋਕ ਹਰ ਭਾਈਚਾਰਾ ਸਮਝੇ ਕਿ ਇਹ ਸਾਰਾ ਕੁਝ ਵੇਚਣ ਤੇ ਲੱਗੇ ਹੋਏ ਆ। ਔਰ ਇਹਨਾਂ ਤੋਂ ਬਚਾਉਣਾ ਕਿੱਦਾਂ ਹੈ? ਬਚਾਉਣ ਦਾ ਢੰਗ ਤਰੀਕਾ ਪੰਜਾਬ ਨੇ ਦੱਸਿਆ। ਪਿੱਠ ਤੇ ਖੜੇ ਹੋਵੋ, ਮੋਢੇ ਨਾਲ ਮੋਢਾ ਲਾਓ, ਮੋਹਰੇ ਹੋ ਕੇ ਤੁਰੋ, ਇਸ ਦੇਸ਼ ਨੂੰ ਬਚਾਈਏ। ਇਸੇ ਤਰ੍ਹਾਂ ਹੀ ਆਪਾਂ ਰੌਕ ਕਲਾਸਿਕ ਚੈਨਲ ਹੋਰ ਲੋਕਾਂ ਦੇ ਵਿਊਜ਼ ਲੈਣਗੇ। ਇਸੇ ਤਰ੍ਹਾਂ ਹੁਣ ਅਸੀਂ ਤੇ ਸਮਾਪਤ ਕਰਦੇ ਹਾਂ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਕਿਸਾਨ ਮੋਰਚਾ ਦੇ ਵਿੱਚ ਜਥੇਬੰਦੀਆਂ ਬੈਠ ਗਈਆਂ ਹਨ ਤੇ ਅੜ ਗਏ ਹਨ ਕਿ ਅਸੀਂ ਆਪਣੀ ਜਿੱਤ ਲੈ ਕੇ ਜਾਵਾਂਗੇ ਤੇ ਕੁਝ ਵੀ ਹੋ ਜਾਏ, ਚਾਹੇ ਇਹ ਮਰ ਜਾਏ ਕੱਟ ਜਾਣ, ਲੇਕਿਨ ਆਪਣਾ ਹੱਕ ਲੈ ਕੇ ਜਾਵਾਂਗੇ। ਤੇ ਸਾਡੇ ਨਾਲ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਂ ਤੇ ਤੁਸੀਂ ਕਿਹੜੇ ਪਿੰਡੋਂ ਆਏ ਤੁਸੀਂ ਦੱਸਿਓ। ਮੈਂ ਰਾਜਪਾਲ ਸਿੰਘ ਮਾਂਗਟ ਫਰੋਮ ਦਸੂਹਾ ਹੁਸ਼ਿਆਰਪੁਰ, ਦੁਆਬਾ ਕਿਸਾਨ ਕਮੇਟੀ ਚਲਾਉਣ ਦੇ ਨਾਲ ਅਸੀਂ ਆਏ ਹੋਏ ਹਾਂ। 25 ਤੋਂ ਆਏ ਹਾਂ, ਨਵੰਬਰ ਤੋਂ। ਅਸੀਂ ਪਹਿਲੀ ਵਾਰੀ ਦੇ ਵਿੱਚ 75 ਦਿਨ ਲਗਭਗ ਰਹਿ ਗਏ ਸੀ। 5 ਫਰਵਰੀ ਨੂੰ ਵਾਪਸ ਗਏ ਸੀ। 22 ਨੂੰ ਦੁਬਾਰਾ ਫਿਰ ਆ ਗਏ ਹਾਂ ਤੇ ਹੁਣ ਵੀ ਅਸੀਂ ਪੇਪਰਾਂ ਕਰਕੇ ਜਾਣ ਦੀ ਇੱਛਾ ਰੱਖਦੇ ਹਾਂ ਕਿ ਫਿਰ ਨੈੱਟ ਇੱਥੇ ਬੰਦ ਹੋ ਜਾਂਦਾ,
ਫਿਰ ਦੁਬਾਰਾ ਅਸੀਂ ਆਉਣਾ। ਜਦੋਂ ਤੱਕ ਸੰਘਰਸ਼ ਰਹੂਗਾ ਅਸੀਂ ਤਾਂ ਆਉਂਦਾ ਰਹਾਂਗੇ ਸਮੇਤ ਫੈਮਿਲੀ। ਸਾਡਾ ਰਿਕਾਰਡ ਆ, ਅਸੀਂ 75 ਦਿਨ ਵਾਪਸ ਨਹੀਂ ਗਏ। ਬਾਬਾ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਟਾਰਟਿੰਗ ਡੇਟ ਤੋਂ ਇੱਥੇ ਹੋ, ਜਿਵੇਂ ਕਿ ਵਿੱਚ ਦੰਗੇ ਵੀ ਹੋਏ ਸੀ ਪੈਟਰੋਲ ਪੰਪ ਦੇ ਲੈ ਕਰ, ਕਾਫੀ ਲੋਕਾਂ ਨੂੰ ਪਤਾ ਕਿ ਮਿਸਗਾਈਡ ਕੀਤਾ ਗਿਆ ਕਿ ਦੰਗੇ ਹੋਣ ਦਾ ਵੀ ਚਾਂਸਸ ਸੀ, ਤੇ ਪੂਰੀ ਕਹਾਣੀ ਦੱਸੋ ਤਾਂ ਕੀ ਹੈ? ਉਹ ਕਹਾਣੀ ਤਾਂ ਬਹੁਤ ਵਧੀਆ ਸਾਡਾ ਸੰਘਰਸ਼ ਚੱਲ ਰਿਹਾ ਸੀ ਔਰ ਚੱਲ ਵੀ ਰਿਹਾ ਆ। ਤੇ ਜਿਵੇਂ ਸਰਕਾਰ ਦੀ ਇੱਕ ਪਾਲਿਸੀ ਹੁੰਦੀ ਹੈ, ਕੁਝ ਲੋਕ ਗੁੰਮਰਾਹ ਹੋ ਜਾਂਦੇ ਆ ਤੇ ਕੁਝ ਲੋਕ ਜਾਣਬੁੱਝ ਕੇ ਆ ਜਾਂਦੇ ਆ। ਅਸੀਂ ਕਿਸੇ ਨੂੰ ਸਪੈਸ਼ਲ ਦੋਸ਼ ਨਹੀਂ ਦਿੰਦੇ, ਤੇ ਉਹ ਇੱਕ ਗਿਣੀ ਮਿਥੀ ਚਾਲ ਦੇ ਨਾਲ ਉਹ ਕੰਮ ਹੋ ਗਿਆ। ਸਾਡੇ ਬਹੁਤ ਸਾਰੇ ਬੰਦੇ ਉਹ 'ਚ ਗੁੰਮਰਾਹ ਹੋ ਗਏ, ਪਤਾ ਨਹੀਂ ਲੱਗਾ ਉਹਨਾਂ ਨੂੰ। ਤੇ ਜੋ ਕੁਝ ਵੀ ਹੋਇਆ ਉਹਦੇ ਵਿੱਚ ਜਦੋਂ ਜਿਹੜਾ ਰੂਟ ਖੋਲ੍ਹਣਾ ਸੀ ਉਹ ਖੋਲ੍ਹਿਆ ਨਹੀਂ। ਉੱਥੇ ਬੰਦੇ ਕਿਰਪਾਨਾਂ ਲੈ ਖੜੇ ਸੀ, ਤੇ ਆਊਟ ਰੂਟ ਜਿਹੜਾ ਰੂਟ ਨਹੀਂ ਸੀ ਖੋਲ੍ਹਣਾ, ਜਿਹਦੇ ਲਈ ਉਹ ਮੰਨਦੇ ਨਹੀਂ ਸੀ, ਉਹ ਨਾ ਖੋਲ੍ਹ ਦਿੱਤਾ ਸੀ। ਉਧਰ ਨੂੰ ਫਿਰ ਆਦਮੀ ਚਲੇ ਗਏ, ਤੇ ਜਾ ਕੇ ਵੀ ਉਹਨਾਂ ਨੇ ਉੱਥੇ ਵੀ ਲਾਲ ਕਿਲ੍ਹੇ ਦੇ ਵਿੱਚ ਸਿਕਿਉਰਿਟੀ ਗਵਰਨਮੈਂਟ ਨੂੰ ਕਰਨੀ ਚਾਹੀਦੀ ਸੀਗੀ। ਉਹਦੀ ਸਿਕਿਉਰਿਟੀ ਕਿੱਥੇ ਗਈ ਸੀ? ਜਾਣਬੁੱਝ ਕੇ ਅੰਦਰ ਵੜਨ ਦਿੱਤੇ। ਤੇ ਉੱਥੇ ਵੀ ਕੋਈ ਇੰਨੀ ਵੱਡੀ ਗੱਲ ਨਹੀਂ ਹੋਈ। ਇੱਕ ਧਾਰਮਿਕ ਝੰਡਾ ਲਾਇਆ, ਉਹੀ ਝੰਡਾ ਜਿਸ ਝੰਡੇ ਨੇ 90% ਖੂਨ ਦਿੱਤਾ ਲੋਕਾਂ ਨੇ ਇਸ ਝੰਡੇ ਨੂੰ ਬਣਾਉਣ ਲਈ, ਠੀਕ ਹੈ ਨਾ। ਉਸ ਝੰਡੇ ਦਾ ਮਤਲਬ ਇਹ ਆ ਵੀ ਜਿਹੜਾ ਸ਼ਰਨ ਆਏ ਉਹਦੀ ਮਦਦ ਕਰਨੀ ਹੈ, ਇਸ ਝੰਡੇ ਦੀ ਵੀ ਮਦਦ ਕਰਨੀ ਹੈ, ਤਿਰੰਗੇ ਦੀ ਵੀ, ਤੇ ਲੋਕਾਂ ਦੀ ਵੀ ਕਰਨੀ ਹੈ, ਕਿਸੇ ਤਰ੍ਹਾਂ ਦੀ ਵੀ ਮਦਦ ਕਰਨੀ ਹੈ। ਇਹ ਇਤਿਹਾਸ ਆ ਸਾਡਾ ਪੰਜਾਬ ਦਾ 500 ਸਾਲ ਦਾ, ਠੀਕ ਹੈ ਨਾ। ਉਹਦੇ ਨਾਲ ਸਾਡੇ ਸੰਗ ਥੋੜ੍ਹਾ ਫਰਕ ਪਿਆ, ਲੇਕਿਨ ਅਸੀਂ ਫਿਰ ਸੰਭਲ ਗਏ ਹਾਂ, ਕਿਉਂਕਿ ਅਸੀਂ ਕਿਸੇ ਨੇ ਥੋੜ੍ਹਾ ਪਾਇਆ, ਕਿਸੇ ਨੇ ਬਹੁਤਾ ਪਾਇਆ, ਹਿੱਸਾ ਸਾਰਿਆਂ ਨੇ ਪਾਇਆ। ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲਦੇ, ਪਰ ਅਸੀਂ ਇਹ ਕਹਿੰਦੇ ਹਾਂ ਵੀ ਇਸ ਟਾਈਮ ਸਾਡੇ 3 ਕਾਨੂੰਨ ਕਿਸਾਨੀ, ਚੌਥਾ MSP ਨੂੰ ਕਾਨੂੰਨੀ ਗਰੰਟੀ ਦੇਣੀ, ਇਹ ਮੇਨ ਆ। ਇਹ ਨਾਲ ਅਸੀਂ ਜਿੱਤਣਾ। ਸਾਰੇ ਦੇਸ਼ ਨੂੰ ਸਪੋਰਟ ਆ ਰਹੀ ਹੈ, ਤੇ ਉਹਦੇ ਵਿੱਚ ਹਾਂ ਜੇ ਉਸ ਰੂਟ 'ਤੇ ਜਾਂਦੇ ਤੇ ਉਹ ਸਾਨੂੰ ਇਹ ਪਤਾ ਲੱਗਾ ਸੀ ਕੁਝ ਬੰਦੇ ਫੜੇ ਗਏ ਸੀ। ਉਹ ਕਹਿੰਦੇ ਸੀ ਵੀ ਉਹ ਅਗਾਂਹ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਕੋਈ ਖਤਰਨਾਕ ਮਨਸੂਬੇ ਸੀ ਉੱਥੋਂ ਦੇ ਲੋਕਾਂ ਦੇ, ਜਿਨ੍ਹਾਂ ਨੂੰ ਮੈਂ ਕੁਝ ਵੀ ਕਹਿ ਸਕਦਾ ਵੀ ਉਹ ਸ਼ਾਇਦ ਵੀ ਸਾਡੇ 'ਤੇ ਕਿਸ ਤਰ੍ਹਾਂ ਅਟੈਕ ਕਰਦੇ, ਚਾਹੇ ਉਹ ਪੈਟਰੋਲ ਬੰਬ ਮਾਰਦੇ, ਚਾਹੇ ਕੁਝ ਹੋਰ ਕਰਦੇ। ਹੋ ਸਕਦਾ ਸੀ ਬੰਦੇ ਕੁਝ ਫੜੇ ਗਏ ਸੀ, ਉਹਨਾਂ ਨੇ ਇਹ ਬਕਣ ਦਾ ਯਤਨ ਕੀਤਾ। ਈਵਨ ਇੱਥੇ ਵੀ ਅਸੀਂ 3 ਪੁਲਿਸ ਦੇ ਬੰਦੇ ਫੜੇ, ਮੇਰੀ ਵਾਈਫ ਨੇ ਫੜੇ। ਦੋਵਾਂ ਕੋਲ ਹਰਿਆਣਾ ਗੌਰਮੈਂਟ ਕਾਰਡ ਨਿਕਲੇ, ਇੱਕ ਦੇ ਕੋਲ ਕੋਈ ਕਾਰਡ ਨਹੀਂ ਨਿਕਲਿਆ। ਉਹ ਪੁਲਿਸ ਕੁੰਡਲੀ ਬਾਰਡਰ ਦੇ ਥਾਣੇ ਨੇ ਆਪਣੀ ਵੀਡੀਓਗ੍ਰਾਫੀ ਬਣਵਾ ਕੇ ਛੜਾ ਖੜਿਆ, ਕੋਈ ਕਾਰਡ ਨਹੀਂ। ਹਰਿਆਣਾ ਗੌਰਮੈਂਟ ਖਾਕੀ ਵਰਦੀ ਪਾਈ, ਇੱਥੇ ਵੀ ਕਰਦੇ ਸੀ, ਟੈਂਟ ਸਾਡੇ ਸੀ, ਇੱਥੇ ਵੀ ਮਨਸੂਬੇ ਸੀ। ਤੇ ਉਹ ਜਾਣ ਬੁੱਝ ਕੇ ਸਾਨੂੰ ਧਮਕੀ ਦਿੱਤੀ। ਅਸੀਂ ਰੱਖਿਆ 28 ਤਰੀਕ ਨੂੰ ਆਪਣੀ ਕਿਰਪਾਨਾਂ ਫੜ ਕੇ ਦਿੱਤੀ। ਅਸੀਂ ਸ਼ਾਂਤਮਈ ਕਰ ਰਹੇ ਹਾਂ, ਸ਼ਾਂਤਮਈ ਕਰਦੇ ਰਹਾਂਗੇ ਔਰ ਜਿੱਤਾਂਗੇ। ਤੇ ਬਾਕੀ ਮੈਂ ਇਹਦੇ ਰਾਹੀਂ ਇੱਕ ਮੈਸੇਜ ਇੰਡੀਆ ਲੋਕਾਂ ਨੂੰ ਦਿੰਦਾ ਕਿ ਆਓ ਗੁਰਦੁਆਰਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਵੀ ਇੱਕ ਵਾਰੀ ਜਦੋਂ ਦੇਸ਼ 'ਤੇ ਭੀੜ ਬਣੀ ਸੀ ਤੇ ਗੁਰਦੁਆਰੇ ਛੱਡ ਕੇ ਬਾਹਰ ਆ ਗਏ ਸੀ, ਤੇ ਨਿਰਮਲੇ ਸਾਧਾਂ ਨੂੰ ਚਾਬੀਆਂ ਦਿੱਤੀਆਂ ਸੀ ਗੁਰਦੁਆਰੇ ਦੀਆਂ, ਤੇ ਇੱਥੇ ਜੰਗ 'ਚ ਲੜੇ ਸੀ, ਤੇ ਤਾਂ ਨਿਰਮਲੇ ਉਹ ਕਬਜ਼ਾ ਗਿਆ ਸੀ ਗੁਰਦੁਆਰਿਆਂ ਦਾ। ਅੱਜ ਵੀ ਮੈਂ ਢਾਡੀ ਪ੍ਰਚਾਰਕ, ਮੈਂ ਵੀ ਇੱਕ ਪ੍ਰਚਾਰਕ ਹਾਂ ਸ਼ੌਂਕੀ ਤੌਰ 'ਤੇ। ਮੈਂ ਇੱਥੇ ਕਿ ਬੈਠਾ, ਜਿਹੜਾ ਮੈਂ ਕਿਸੇ ਨੂੰ ਕਹਿੰਦਾ ਜਾ ਕੇ ਸੰਘਰਸ਼ ਕਰੋ, ਉਹ ਆਪਣੇ ਪਿੰਡ 'ਤੇ ਕਰਕੇ ਵਿਖਾਓ, ਜੋ ਗੁਰੂ ਸਾਹਿਬ ਨੇ ਆਪ ਕਰਕੇ ਵਿਖਾਇਆ ਸੀ। ਤੇ ਸਾਡੀ ਵੀ ਪੰਜਾਬ ਦੇ ਸਾਰੇ ਢਾਡੀਆਂ ਪ੍ਰਚਾਰਕਾਂ ਗ੍ਰੰਥੀ ਡਿਊਟੀ ਹੈ ਸੰਤਾਂ ਪੁਰਸ਼ਾਂ ਦੀ, ਆਪੋ ਆਪਣੇ ਸੇਵਕ ਲੈ ਕੇ ਇੱਥੇ ਆਉਣ। ਜਿਵੇਂ ਸੰਤ ਹਰਨਾਮ ਸਿੰਘ ਖੇੜਾ ਸਾਹਿਬ ਵਾਲੇ 5000 ਜਥਾ ਲੈ ਕੇ ਗ੍ਰਿਫਤਾਰੀ ਦਿੱਤੀ ਸੀ। ਤੇ ਅਗਰ ਕਣਕ ਬਚੇਗੀ, ਜ਼ਮੀਨ ਬਚੇਗੀ, ਤਾਂ ਹੀ ਗੁਰਦੁਆਰੇ ਚੱਲਣੇ ਆ, ਤਾਂ ਹੀ ਦੇਸ਼ ਚੱਲਣਾ, ਚਾਹੇ ਵਪਾਰ, ਤਾਂ ਹੀ ਆੜਤੀ ਚੱਲਣੇ ਆ, ਤੇ ਕਿਸਾਨ ਨੂੰ ਬਚਾਉਣਾ ਲਾਜ਼ਮੀ ਹੈ। ਗੁਰੂ ਗੋਬਿੰਦ ਸਿੰਘ ਨੇ ਵੀ ਇਕੱਠ ਕੀਤਾ ਸੀ ਵਿਸਾਖੀ ਦੇ ਪਹਾੜੀ ਰਾਜਿਆਂ ਦਾ ਸੰਮਤ 1752 ਵਿੱਚ ਵੀ ਤੁਸੀਂ ਦਿੱਲੀ ਨੂੰ ਟੈਕਸ ਨਾ ਦਿਓ, ਮੇਰਾ ਸਾਥ ਦਿਓ। ਦੇਸ਼ ਦੀ ਵੈਲਥ ਨੂੰ, ਦੇਸ਼ ਦੇ ਪੈਸੇ ਨੂੰ ਬਚਾਉਣ ਦਾ ਗੁਰੂ ਗੋਬਿੰਦ ਸਿੰਘ ਨੇ ਵੀ ਯਤਨ ਪੂਰਾ ਕੀਤਾ ਸੀ। ਤੇ ਪੈਸੇ ਨਾਲ ਸਭ ਕੁਝ ਬਚਦਾ, ਪੈਸੇ ਦਾ ਸਹੀ ਪਾਸੇ ਪ੍ਰਯੋਗ ਹੋਵੇ, ਠੀਕ ਹੈ। ਤੇ ਇਸ ਕਰਕੇ ਮੈਂ ਇਹੀ ਕਹਿੰਦਾ ਵੀ ਆਓ, ਜੋਧੇ ਘੱਟ ਮਾਵਾਂ ਜੰਮਦੀਆਂ। ਜੇ ਆਪਣੇ ਆਪ ਨੂੰ ਸ਼ੇਰ ਕਹਾਉਣਾ, ਆਪਣੀ ਮਾਂ ਦਾ ਕਹਿਣਾ ਵੀ ਵਾਕਈ ਮੇਰੀ ਮਾਂ ਜੋਧਾ ਜੰਮਿਆ ਜਾਂ ਸ਼ੇਰ ਜੰਮਿਆ, ਤੇ ਇੱਥੇ ਆ ਕੇ ਸੰਘਰਸ਼ 'ਚ ਬਹਿਣਾ ਪਊ। ਮੈਂ ਸਾਰੇ ਪੰਜਾਬੀਆਂ ਨੂੰ ਸੱਦਾ ਦਿੰਦਾ, ਫੇਸਬੁੱਕਾਂ 'ਤੇ ਬਹਿ ਕੇ ਗੱਲ ਨਹੀਂ ਕਰਨੀ, ਇੱਥੇ ਆ ਕੇ ਬੈਠੋ। ਤੇ ਮੇਰਾ ਬਾਈ ਫੈਮਿਲੀ ਰਿਕਾਰਡ ਆ, ਜਿਹਦੇ 'ਚ ਹਿੰਮਤ ਆ ਤੋੜੋ, ਵੱਧ ਮੇਰੇ ਤੋਂ ਬੈਠੋ, ਤੇ ਮੈਂ ਉਹਦੇ ਗੱਲ ਸੋਨੇ ਦਾ ਮੈਡਲ ਪਾਊਂਗਾ, ਜਿਹੜਾ 75 ਤੋਂ ਵੱਧ ਬਾਈ ਫੈਮਿਲੀ ਰਹੂਗਾ ਪੰਜਾਬ ਦਾ ਬੰਦਾ। ਤੇ ਇਹਨਾਂ ਗੱਲਾਂ ਨਾਲ ਹੀ ਮੈਂ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਕਹਿੰਦਾ। ਤੇ ਮੇਰੇ ਵੀਰ ਜੀ ਮਾਨਵਤਾ ਸੇਵਾ ਭਲਾਈ ਇਹਨਾਂ ਦੀ ਸੁਸਾਇਟੀ ਹੈ ਮੂਨਕਾਂ ਤੋਂ, ਸਰਬੱਤ ਦਾ ਭਲਾ। ਪਹਿਲੇ ਦਿਨ ਤੋਂ ਸਾਡੇ ਨਾਲ ਇਹਨਾਂ ਦੀ ਐਂਬੂਲੈਂਸ ਆਈ, ਬਾਹਰ ਖੜੀ ਹੈ। ਜਿਹੜੇ ਜ਼ਖਮੀ ਪਹਿਲੇ ਦਿਨ ਹੋਏ ਉਹਨਾਂ ਨੂੰ ਪੱਟੀਆਂ ਇੱਥੇ ਵੀ ਇਹਨਾਂ ਨੇ ਕੀਤੀਆਂ, ਅੱਜ ਤੱਕ ਵੀ ਕਰਦੇ ਪਏ। ਇਹਨਾਂ ਨੇ ਕਿਸੇ ਕੁਝ ਲੈਣਾ ਨਹੀਂ ਗਾ। ਤੇ ਗਵਰਨਮੈਂਟ ਦੀ ਡਿਊਟੀ ਹੁੰਦੀ ਹੈ ਉਹ ਸਾਨੂੰ ਪੁਲਿਸ ਪ੍ਰੋਟੈਕਸ਼ਨ ਭੇਜੇ, ਸ਼ਾਂਤਮਈ ਕਰਨਾ ਸਾਡਾ ਹੱਕ ਆ। ਗਵਰਨਮੈਂਟ ਉਲਟਾ ਵਿੱਚ ਬਦਮਾਸ਼ ਵੱਢਦੀ ਹੈ, ਉਹਦੀ ਪੁਲਿਸ ਕੇਸ ਬਣਾਉਂਦੀ ਹੈ, ਉਹਦੀ ਡਿਊਟੀ ਐਂਬੂਲੈਂਸ ਭੇਜੇ, ਸਾਨੂੰ ਕੁਝ ਨਹੀਂ ਦੇ ਰਹੀ। ਤੇ ਇਹ ਗਵਰਨਮੈਂਟ ਆ ਪ੍ਰੋਟੈਕਸ਼ਨ ਕਰੇ, ਸਾਡਾ ਸੰਵਿਧਾਨ 'ਚ ਰਾਈਟ ਬਣਦਾ।
ਠੀਕ ਨਹੀਂ ਗੱਲ ਕਰਦਾ। ਆਜ਼ਾਦੀ ਸਾਨੂੰ ਬੋਲਣ ਦੀ ਚਾਹੀਦੀ ਹੈ, ਸੰਘਰਸ਼ ਕਰਨ ਦੀ। ਉਸ ਤੋਂ ਬਾਅਦ ਸਾਨੂੰ ਹੁੰਦਾ ਸਾਡੀ ਸੁਰੱਖਿਆ, ਪੁਲਿਸ ਸਾਡੀ ਪ੍ਰੋਟੈਕਸ਼ਨ ਕਰੇ ਜੇ ਅਸੀਂ ਸ਼ਾਂਤੀ ਤਰੀਕੇ ਨਾਲ ਬੈਠੇ ਹਾਂ। ਤੀਜਾ ਹੁੰਦਾ ਮਤਲਬ ਵੀ ਸਮਾਨਤਾ ਬਰਾਬਰਤਾ। ਜੇ ਅਸੀਂ ਕਹਿੰਦੇ ਹਾਂ ਗਵਰਨਮੈਂਟ ਸਾਨੂੰ ਚੀਜ਼ ਨਹੀਂ ਚਾਹੀਦੀ ਤੇ ਗਵਰਨਮੈਂਟ ਸਾਡੀ ਮੰਨਣੀ ਚਾਹੀਦੀ ਹੈ। ਬਰਾਬਰਤਾ ਤਾਂ ਆ ਉਹ ਕਾਨੂੰਨ ਬਣਾਤੇ ਆ। ਖੇਤੀ ਰਾਜਾਂ ਦਾ ਵਿਸ਼ਾ ਸੰਵਿਧਾਨ 'ਚ ਲਿਖਿਆ, ਉਹਦਾ ਵਿਸ਼ਾ ਹੀ ਨਹੀਂ ਉਹ ਮੰਨੇ ਤੇ ਉਹ ਕੈਂਸਲ ਕਰੇ। ਸਮਾਨਤਾ ਹੈ। ਇੱਕ ਹੁੰਦਾ ਸਨਮਾਨ, ਇਹ ਮੂਲ ਆਧਾਰ ਨੇ ਦੇ ਸੰਵਿਧਾਨ ਦੇ, ਠੀਕ ਹੈ ਨਾ। ਤੇ ਸਾਡਾ ਸਨਮਾਨ ਹੈ ਹੀ ਨਹੀਂ, ਸਾਨੂੰ ਉਲਟਾ ਉਹਨੇ ਸੜਕਾਂ ਤੇ ਬਿਠਾਇਆ ਹੋਇਆ। ਤੇ ਇਹ ਸੰਵਿਧਾਨ ਹੁਣ ਉਹਨੇ ਸੰਵਿਧਾਨ ਤੋੜ ਰਿਹਾ, ਹੁਣ ਗਲਤ ਕਰ ਰਿਹਾ, ਤੇ ਇਸ ਕਰਕੇ ਉਹਨੂੰ ਗਲਤ ਨਹੀਂ ਕਰਨਾ ਚਾਹੀਦਾ। ਠੀਕ ਹੈ, ਹੁਣ ਸਾਡੇ ਨਾਲ ਜੁੜ ਚੁੱਕੇ ਇੱਕ ਮੈਂ ਪਹਿਲੇ ਤੁਹਾਡੇ ਨਾਲ ਆਵਾਂਗਾ। ਹੁਣ ਇੱਕ ਛੋਟੀ ਬੇਟੀ ਹੈ, ਇੱਧਰ ਆ ਜਾਓ ਤੁਸੀਂ, ਥੋੜ੍ਹਾ ਜਿਹਾ ਅੱਗੇ ਆ ਜਾਓ। ਹਾਂ, ਤੁਸੀਂ ਕਿੰਨੇ ਟਾਈਮ ਤੋਂ ਇੱਥੇ ਸੰਘਰਸ਼ ਦੇ ਵਿੱਚ ਹੋ? ਮੈਂ 25 ਨਵੰਬਰ ਤੋਂ ਅਸੀਂ ਜਦ ਘਰੋਂ ਤੁਰੇ ਸੀ ਦੁਆਬਾ ਕਿਸਾਨ ਕਮੇਟੀ ਨਾਲ, ਤੇ ਮੈਂ ਆਪਣੇ ਮੰਮਾ ਪਾਪਾ ਨਾਲ 25 ਨਵੰਬਰ ਤੋਂ ਅਸੀਂ ਤੁਰੇ ਸੀ ਤੇ 26 ਨੂੰ ਸ਼ੰਭੂ ਬਾਰਡਰ ਪਹੁੰਚੇ, ਜਿੱਥੇ ਕਿ ਇਹਨਾਂ ਨੇ ਕਿਸਾਨਾਂ ਤੇ ਪਾਣੀ ਦੀਆਂ ਬੁਛਾਰਾਂ ਸੁੱਟੀਆਂ, ਅਥਰੂ ਗੈਸ ਦੇ ਗੋਲੇ ਸੁੱਟੇ। ਇਹਨਾਂ ਨੂੰ ਇਹ ਯਾਦ ਸੀ ਕਿ ਅਸੀਂ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟਣੇ, ਪਾਣੀ ਦੀਆਂ ਬੁਛਾਰਾਂ ਸੁੱਟਣੀਆਂ। ਇਹਨਾਂ ਨੂੰ ਇਹ ਨਹੀਂ ਸੀ ਕਿ ਅਸੀਂ ਉੱਥੇ ਕੋਈ ਐਂਬੂਲੈਂਸ ਦਾ ਪ੍ਰਬੰਧ ਕਰ ਦਈਏ। ਭਾਵੇਂ ਕਿਸਾਨ ਆਪਣੇ ਹੱਕਾਂ ਲਈ ਗਵਰਨਮੈਂਟ ਨਾਲ ਲੜ ਰਹੇ ਆ, ਪਰ ਇਹ ਸਰਕਾਰ ਦੀ ਡਿਊਟੀ ਆ ਕਿ ਉਹ ਕਿਸਾਨਾਂ ਦੇ ਉਹ ਐਂਬੂਲੈਂਸ ਦਾ ਪ੍ਰਬੰਧ ਕਰੇ। ਜਿੱਥੇ ਕਿ ਸਰਬੱਤਾ ਭਲਾ ਸੇਵਾ ਸੁਸਾਇਟੀ ਪਿੰਡ ਮੂਨਕਾ ਟਾਂਡਾ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਤੋਂ, ਜੋ 26 ਤਰੀਕ ਨੂੰ ਉੱਥੇ ਮਤਲਬ ਕਿ ਅਥਰੂ ਗੈਸ ਦੇ ਗੋਲੇ ਵੱਜੇ, ਕਿਸੇ ਦਾ ਹੱਥ ਫੱਟਿਆ, ਕਿਸੇ ਦੇ ਸਿਰ ਤੇ ਅਥਰੂ ਗੈਸ ਦਾ ਗੋਲਾ ਜਾ ਕੇ ਫੱਟਿਆ। ਜਿਨ੍ਹਾਂ ਦੇ ਜੋ ਸੱਟਾਂ ਲੱਗਿਆ ਸੀ ਉਹ ਸਰਬੱਤਾ ਭਲਾ ਸੇਵਾ ਸੁਸਾਇਟੀ ਨੇ ਜੋ ਕਿ ਮਲਮ ਪੱਟੀ ਕੀਤੀ ਸੀ। ਤੇ ਜਦੋਂ ਅਸੀਂ ਬੈਰੀਕੇਡ ਤੋੜਦਿਆਂ ਹਰਿਆਣੇ 'ਚ ਵੜੇ ਤਾਂ ਇਹਨਾਂ ਨੇ ਥਾਂ ਜੋ ਕਿ ਖੱਡੇ ਪੁੱਟਤੇ ਕਿ ਅੱਗੇ ਨਾ ਜਾ ਪਾਣ। ਪਰ ਉਦੋਂ ਇਹੋ ਜਿਹਾ ਸਮਾਂ ਸੀ, ਹੁਣ ਤਾਂ ਬਹੁਤ ਕੁਝ ਲੱਗ ਗਿਆ। ਇਹੋ ਜਿਹਾ ਸਮਾਂ ਸੀ ਕਿ ਹੱਥਾਂ 'ਚ ਬਜਰੀ ਭਰ ਉਹ ਜਿਹੜੇ ਖੱਡੇ ਸੀ ਉਹ ਭਰੇ ਸੀ ਤੇ ਬੈਰੀਕੇਡ ਵੀ ਲਾ ਦਿੱਤੇ ਸੀ, ਤੇ ਮਤਲਬ ਝੋਨੇ ਦੀਆਂ ਬੋਰੀਆਂ ਸੁੱਟੀਆਂ, ਬਜਰੀ ਸੁੱਟੀ ਹੱਥਾਂ 'ਚ ਭਰ ਬਹੁਤ ਮੁਸ਼ਕਲ ਦਾ ਸੰਘਰਸ਼ ਕਰਦਿਆਂ ਸੀ ਇੱਥੇ ਮਤਲਬ ਕਿ ਪਹੁੰਚੇ 27 ਨਵੰਬਰ ਦੇ। ਤੁਹਾਡੀ ਉਮਰ ਕਿੰਨੀ ਹੈ? ਮੇਰੀ ਉਮਰ 11 ਸਾਲ। 11 ਸਾਲ। ਪੜ੍ਹਦੇ ਹੋ ਕਿਹੜੀ ਕਲਾਸ ਤੇ? ਮੈਂ 6th ਕਲਾਸ ਵਿੱਚ। 6th ਕਲਾਸ ਦੇ ਵਿੱਚ। ਹਾਂਜੀ। ਤੇ ਤੁਸੀਂ ਹੁਣ ਵਾਪਸ ਜਾਓਗੇ? ਹਾਂਜੀ, ਅਸੀਂ ਪਹਿਲਾਂ 25 ਨਵੰਬਰ ਨੂੰ ਆਏ ਸੀ, 5 ਫਰਵਰੀ ਨੂੰ ਵਾਪਸ ਗਏ ਕਿਉਂਕਿ ਨੈੱਟ ਬੰਦ ਹੋ ਗਿਆ ਸੀ। 26 ਜਨਵਰੀ ਸ਼ਾਮ ਨੂੰ ਨੈੱਟ ਬੰਦ ਹੋਣ ਕਰਕੇ ਮੈਨੂੰ ਮੇਰੀ ਪੜ੍ਹਾਈ 'ਚ ਦਿੱਕਤ ਆਈ। ਫਿਰ ਵਾਪਸ ਗਏ ਤੇ ਥੋੜ੍ਹਾ ਕੰਮ ਲੈ ਕੇ ਤੇ ਫਿਰ 22 ਤਰੀਕ ਨੂੰ ਆਏ ਆ। ਤੇ ਹੁਣ ਅੱਜ ਫਿਰ ਜੋ ਪੇਪਰ ਆ ਮੇਰੇ ਹੋਣੇ ਨੇ, ਫਾਈਨਲ ਪੇਪਰ, ਤੇ ਉਹਦੇ ਕਰਕੇ ਫਿਰ ਅੱਜ ਜਾਣਾ ਪੈ ਰਿਹਾ ਆ। ਤੇ ਪੇਪਰ ਮੈਂ ਆਪਣੀ ਐਗਜ਼ਾਮ ਦੇ ਕੇ ਫਿਰ ਅਸੀਂ ਉਨੀ ਦੇਰ ਤੱਕ ਇਸ ਸੰਘਰਸ਼ ਵਿੱਚ ਹਿੱਸਾ ਪਾਵਾਂਗੇ ਜਿੰਨੀ ਦੇਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਜਿੰਨ ਤੱਕ ਇਹ ਸੰਘਰਸ਼ ਦੀ ਫਤਿਹ ਨਹੀਂ ਹੁੰਦੀ। ਅੱਛਾ, ਕਿਤੇ ਨਾ ਕਿਤੇ ਸਰਕਾਰ ਕਹਿੰਦੀ ਹੈ ਕਿ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰਹਿਣਾ ਚਾਹੀਦਾ, ਤੇ ਹੁਣ ਕਰੋਨਾ ਦੇ ਇਸ ਮਹਾਮਾਰੀ ਦੇ ਵਿੱਚ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਜਿਹੜੇ 4ਥੀ ਕਲਾਸ ਦੇ ਵਿੱਚ ਹੈ, ਜਿਹੜੇ 5ਵੀਂ ਕਲਾਸ ਦੇ ਵਿੱਚ ਹੈ, ਉਹਨਾਂ ਨੂੰ ਮੋਬਾਈਲ ਨਾਲ ਜੋੜ ਰਹੇ ਆ। ਤੁਸੀਂ ਉਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਪਹਿਲਾਂ ਕਹਿੰਦੇ ਕਿ ਬੱਚਿਆਂ ਨੂੰ ਨਹੀਂ ਜੋੜਨਾ ਚਾਹੀਦਾ, ਬੱਚਿਆਂ ਨੂੰ ਜੋੜਤਾ ਤੇ ਪਤਾ ਕੀ ਕਈ ਨਿਆਣੇ PUBG ਖੇਡਦੇ ਆ। ਤੁਹਾਨੂੰ ਪਤਾ ਕਿੰਨੀ ਬੁਰੀ ਗੇਮ, ਕਿੰਨੀ ਗੰਦੀ ਗੇਮ ਆ ਉਹ। ਮਤਲਬ ਕਿ ਮੋਬਾਈਲ ਨਾਲ ਨਹੀਂ ਜੋੜਨਾ ਚਾਹੀਦਾ। ਬੱਚੇ ਨੂੰ ਸਗੋਂ ਆਪਣੇ ਇਤਿਹਾਸ ਨਾਲ, ਜਿਹੜਾ ਵੀ ਚਾਹੇ ਹਿੰਦੂ, ਮੁਸਲਿਮ, ਸਿੱਖ, ਈਸਾਈ ਆ, ਉਹ ਆਪਣਾ ਇਤਿਹਾਸ ਪੜ੍ਹੇ, ਉਹਨੂੰ ਪਤਾ ਲੱਗੇ ਕਿ ਮੇਰਾ ਇਤਿਹਾਸ ਕੀ ਆ। ਜਿਵੇਂ ਮਤਲਬ ਹਰ ਸਾਲ ਬਾਰਡਰ ਦੀ ਰਾਖੀ ਲਈ 10 ਲੱਖ ਬੰਦਾ ਭਰਤੀ ਹੁੰਦਾ ਤੇ 10 ਲੱਖ ਰਿਟਾਇਰ ਹੁੰਦਾ ਆ। ਕਿ ਮਤਲਬ ਕਿ ਬਾਰਡਰ ਦੀ ਰਾਖੀ ਲਈ ਮਤਲਬ ਕਿ ਉਹਦੇ ਵਿੱਚ ਕਮਜ਼ੋਰੀ ਨਾ ਹੋਵੇ। ਇਹ ਵੀ ਹੀ ਮਤਲਬ ਸਾਨੂੰ ਬੱਚਿਆਂ ਨੂੰ ਆਪਣੇ ਇਤਿਹਾਸ ਪ੍ਰਤੀ ਜੋੜਨਾ ਚਾਹੀਦਾ ਆ, ਚਾਹੇ ਉਹ ਕਿਸੇ ਵੀ ਧਰਮ ਦਾ ਆ। ਉਹਨੂੰ ਇਤਿਹਾਸ ਪ੍ਰਤੀ ਜੋੜੋ ਕਿ ਜਿਹੜੀ ਕੌਮ ਆ ਉਹ ਕਾਇਮ ਰਹੇ, ਨਾ ਕਿ ਕਮਜ਼ੋਰ ਹੋ ਜੇ। ਇਸ ਕਰਕੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਮਤਲਬ ਕਿ ਸਾਨੂੰ ਵੱਧ ਤੋਂ ਵੱਧ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ। ਇਹਨਾਂ ਨੇ ਮੋਬਾਈਲ ਨਾਲ ਤਾਂ ਜੋੜਿਆ ਕਿ ਬੱਚੇ ਮਤਲਬ ਕਿ ਗੇਮਾਂ ਖੇਡਦੇ ਰਹਿਣ, ਪੜ੍ਹਾਈ ਮਤਲਬ ਕਿ ਵਧੇਰੇ ਹੁੰਦਾ ਰਿਹਾ। ਵਿੱਚ ਨਿਆਣੇ ਘੱਟ ਪੜ੍ਹਦੇ ਸੀ ਤੇ ਗੇਮਾਂ ਜ਼ਿਆਦਾ ਖੇਡਦੇ ਸੀ, ਤੇ ਇਹਨਾਂ
ਇਹਨਾਂ ਨੇ ਸਰਕਾਰ ਦੀ ਇਹ ਚਾਲ ਸੀ, ਨਿਆਣੇ ਨਾ ਆਪਣੇ ਜੋ ਮਤਲਬ ਕਿ ਫਿਊਚਰ ਜੋ ਵਧੀਆ ਕਰ ਸਕਦੇ ਨੇ ਉਹ ਤੋਂ ਪਿੱਛੇ ਹਟ ਜਾਣ ਤੇ ਮਤਲਬ ਜੋ ਹੋਰ ਹੀ ਚੀਜ਼ਾਂ ਪਿੱਛੇ ਚੱਲ ਜਾਣ, ਜਿਹੜੀ ਕਿ ਮਤਲਬ ਜਿਹਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਬੱਚਿਆਂ ਨੂੰ। ਠੀਕ ਹੈ, ਹੁਣ ਅਸੀਂ ਗੱਲ ਕਰਾਂਗੇ ਜਦੋਂ 26 ਜਨਵਰੀ ਨੂੰ ਸਰਕਾਰ ਤਰਫੋਂ ਐਂਬੂਲੈਂਸ ਦੀ ਸੇਵਾ ਨਹੀਂ ਹੋਈ ਆ ਇੱਥੇ, ਜਿਵੇਂ ਕਿ ਕੁੜੀ ਨੇ ਵੀ ਦੱਸਿਆ, ਹੁਣ ਸਾਡੇ ਨਾਲ ਵੀਰ ਜੀ ਵੀ ਮੌਜੂਦ ਹੈ ਜਿਹੜੇ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਹੈ, ਐਂਬੂਲੈਂਸ ਦੀ ਸੇਵਾ ਕਰ ਰਹੇ ਆ ਫਰੋਮ ਦਾ ਫਸਟ ਡੇ ਟਿਲ ਨਾਓ, ਐਂਡ ਅੱਗੇ ਵੀ ਉਹ ਜਾਰੀ ਰੱਖਣਗੇ। ਕਿ ਵੀਰ ਜੀ ਸਭ ਤੋਂ ਪਹਿਲਾਂ ਆਪਣਾ ਨਾਂ ਤੇ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਦੱਸੋ। ਅਸੀਂ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕਾ ਬਣਾਈ ਹੈ ਜੀ, ਜ਼ਿਲ੍ਹਾ ਹੁਸ਼ਿਆਰਪੁਰ, ਨਜ਼ਦੀਕ ਟਾਂਡਾ ਉੜਮੜ ਜੀ, ਨਜ਼ਦੀਕ ਟਾਂਡਾ ਉੜਮੜ ਜੀ। ਅਸੀਂ ਉੱਥੋਂ 25 ਨਵੰਬਰ ਨੂੰ ਸਾਡੀ ਸਾਰੀ ਟੀਮ ਚੱਲੀ ਹੈ। ਆ ਰਹੇ ਸੀ ਸਾਰੇ, ਬੋਲੋ 25 ਤਰੀਕ ਨੂੰ ਅਸੀਂ ਸਾਡੀ ਸਾਰੀ ਟੀਮ ਦੁਆਬਾ ਕਿਸਾਨ ਕਮੇਟੀ ਦੇ ਸਾਡੇ ਇਸ ਜੰਗ ਨਾਲ ਜੂਝਦਾ ਹੋਇਆ ਸਾਡਾ ਵੀਰ ਜਿਹੜਾ ਕੁਦਰਤੀ ਨਾਂ ਵੀ ਉਹਦਾ ਨਾਂ ਜੰਗਵੀਰ ਸਿੰਘ ਚੌਹਾਨ ਆ, ਉਹਨਾਂ ਦੀ ਅਗਵਾਈ ਵਿੱਚ ਅਸੀਂ ਜਦੋਂ ਸੰਭੂ ਬਾਰਡਰ ਪਹੁੰਚੇ ਆ, ਉੱਥੇ ਇਹਨਾਂ ਨੇ ਸਾਡੇ ਬੱਚਿਆਂ ਦੇ ਉੱਤੇ, ਸਾਡੇ ਕਿਸਾਨ ਵੀਰਾਂ ਦੇ ਉੱਤੇ ਟੀਅਰ ਗੈਸ ਦੇ ਗੋਲੇ ਛੱਡੇ, ਡੰਡਾ ਆਪਰੇਟ ਕੀਤੀ, ਸਾਡੇ ਬੱਚਿਆਂ ਦੇ ਨੂੰ ਜ਼ਖਮੀ ਕੀਤਾ। ਜਦੋਂ ਜ਼ਖਮੀ ਕੀਤਾ ਤੇ ਇੱਕ ਬੱਚੇ ਦੇ ਪੈਰ ਦੇ ਉੱਤੋਂ ਦੇ ਟਰੈਕਟਰ ਲੰਘ ਗਿਆ, ਉਹਨੂੰ ਹਸਪੀਟਲ ਲੈ ਕੇ ਗਏ। ਅਸੀਂ ਆਪਣੀ ਐਂਬੂਲੈਂਸ ਲੈ ਕੇ ਉਦੋਂ ਦੇ ਆਏ ਹਾਂ ਜੀ, ਐਂਬੂਲੈਂਸ ਲੈ ਕੇ ਉਹਨਾਂ ਨੂੰ ਹਸਪੀਟਲ ਗਏ। ਜਦੋਂ ਉੱਥੇ ਉਹਨਾਂ ਦਾ ਐਕਸਰਾ ਕਰਵਾਇਆ ਤਾਂ ਉਹ ਕਹਿੰਦੇ ਇਹਦੀ ਹੱਡੀ ਠੀਕ ਆ, ਇਹਦਾ ਮਾਸ ਫਟਿਆ ਆ ਤੇ ਇਹਨੂੰ 1-2 ਦਿਨ ਲਈ ਦਾਖਲ ਕਰਾ ਦਿਓ। ਪਰ ਸਾਡਾ ਉਹ ਯੋਧਾ ਵੀਰ ਕਹਿੰਦਾ ਮੈਂ ਦਾਖਲ ਹੋਣਾ, ਮੈਂ ਮੋਰਚੇ 'ਚ ਜਾਣਾ। ਉਹ ਸਾਡੇ ਨਾਲ ਮੋਰਚੇ 'ਚ ਆਇਆ। ਸਾਡੇ ਜਿਹੜੀ ਵੀ ਟੀਮ ਸੀ ਉਹਨਾਂ ਨੇ ਜਿੰਨੇ ਬੰਦੇ ਫੱਟੜ ਹੋਏ ਸੀ, ਕਿਸੇ ਦੇ ਹੱਥ ਦੇ ਉੱਤੇ ਟੀਅਰ ਗੈਸ ਦਾ, ਕਿਸੇ ਦੇ ਕੰਨ ਦੇ ਉੱਤੇ ਟੀਅਰ ਗੈਸ ਦਾ ਗੋਲਾ ਫਟਿਆ, ਉਹਨਾਂ ਨੂੰ ਸਾਰਿਆਂ ਨੂੰ ਟ੍ਰੀਟਮੈਂਟ ਦੇ ਕੇ ਉਹ ਅਸੀਂ ਫਿਰ ਇੱਥੇ ਸਿੰਘੂ ਬਾਰਡਰ 'ਤੇ ਪਹੁੰਚੇ ਹਾਂ। ਇੱਥੋਂ ਵੀ ਅਸੀਂ ਦੇਖਿਆ ਕਈ ਸਾਡੇ ਕਿਸਾਨ ਵੀਰ ਜਿਹੜੇ ਆ ਉਹ ਵਿਚਾਰੇ ਜ਼ਹਿਰ ਖਾ ਕੇ ਆਪਣੀ ਆਤਮ ਹੱਤਿਆ ਕੀਤੀ। ਇੱਥੇ ਦੱਸਣਯੋਗ ਆ, ਇਹ ਬਹੁਤ ਵੱਡੀ ਗੱਲ ਆ ਕਿ ਆਮ ਬੰਦੇ ਦੇ ਉੱਤੇ ਜੇ ਕੋਈ ਬੰਦਾ ਕਿਸੇ ਬੰਦੇ ਦਾ ਨਾਂ ਲੈ ਦਿੰਦਾ ਲਿਖ ਕੇ ਵੀ ਮੈਂ ਇਹਦੇ ਕਰਕੇ ਸੁਸਾਈਡ ਕਰ ਰਿਹਾ, ਉਹਦੇ ਉੱਤੇ ਉਸੇ ਵੇਲੇ ਕੇਸ ਬਣਦਾ, ਉਹਨੂੰ ਅੰਦਰ ਜਾਣਾ ਪੈਂਦਾ। ਪਰ ਐਡੀ ਬੇਸ਼ਰਮੀ ਸਰਕਾਰ ਆ ਇਹੋ, ਜੇ ਮੋਦੀ ਦੇ ਤੇ ਅਮਿਤ ਸ਼ਾਹ ਦੇ ਉੱਤੇ ਲਿਖ ਕੇ ਜਿਹੜੇ ਆ ਆਪਣੇ ਕਿਸਾਨਾਂ ਨੇ ਐਫੀਡੇਵਿਟ ਦਿੱਤੇ ਵੀ ਅਸੀਂ ਇਹਦੇ ਕਰਕੇ ਮਾਰੇ, ਸਾਤੋਂ ਬੱਚੇ ਨਹੀਂ ਦੇਖ ਹੋ ਰਹੇ, ਜ਼ਿਮੀਂਦਾਰ ਨਹੀਂ ਦੇਖ ਹੋ ਰਹੇ। ਇਸ ਕਰਕੇ ਅਸੀਂ UN ਨੂੰ ਅਪੀਲ ਕਰਦੇ ਹਾਂ, ਜਾਂ ਜਿੰਨੇ ਵੀ ਸਰਕਾਰੀ ਸਾਡੇ ਵੱਡੇ ਅਹੁਦਿਆਂ ਦੇ ਜੱਜ ਵੀਰ ਬੈਠੇ ਆ, ਸਾਡੇ ਭਰਾ ਬੈਠੇ ਆ, ਜਿਹੜੇ ਵਕੀਲ ਬੈਠੇ ਆ, ਉਹਨਾਂ ਨੂੰ ਚਾਹੀਦਾ ਇਹਨਾਂ ਦੇ ਬਰਖਲਾਫ ਜਿੰਨੇ ਵੀ ਇੱਥੋਂ ਸਬੂਤ ਲੈ ਕੇ ਉਹਨਾਂ ਦੇ ਉੱਤੇ ਕੇਸ ਬਣਾਉਣਾ ਚਾਹੀਦਾ। ਜੇ ਅੱਜ ਇਹਦੀ ਸਰਕਾਰ ਚੱਲਦੀ ਆ ਕੋਈ ਗੱਲ ਨਹੀਂ, ਕੱਲ੍ਹ ਨੂੰ ਹੋਰ ਸਰਕਾਰ ਵੀ ਆਊਗੀ। ਜਦੋਂ ਆਊਗੀ ਦੂਜੀ ਸਰਕਾਰ, ਇਹਨੂੰ ਗਲ 'ਚ ਪਰਨਾ ਪਾ ਕੇ ਨਾ ਘਰੀਸਿਆ ਤੇ ਇਹਨਾਂ ਨੇ ਕਹਿਣਾ ਇਹਨੂੰ ਫੜ ਕੇ ਅੰਦਰ ਦੇਵਾਂਗੇ, ਕਿਉਂਕਿ ਸਾਰਿਆਂ ਲਈ ਕਾਨੂੰਨ ਬਰਾਬਰ ਆ। ਜਿਹੜੇ ਤਾਂ ਇਹਨਾਂ ਦੇ ਬਚਾਓ ਪੱਖ ਦੇ ਆ, ਜਿੱਦਾਂ ਸਾਡੇ ਉੱਥੇ ਸਮੇਰ ਸਾਣੀ, ਉਹਨੇ ਕਿੰਨੀ ਕੁ ਦੁਨੀਆ ਮਾਰੀ, ਉਹਨੂੰ ਅੱਜ ਅਦਾਲਤ 'ਚੋਂ ਦਵਾ-ਦਵ ਬਰੀ ਉਹਨੂੰ ਜ਼ਮਾਨਤ ਦੇਤੀ। ਭਾਈ ਜਗਤਾਰ ਸਿੰਘ ਜੀ ਹਵਾਰਾ ਜਿਹੜੇ ਉੱਥੇ ਬਿਆਨ ਸਿੰਘ ਦੇ ਕਤਲ ਸਾਰੇ ਕੇਸਾਂ ਤੋਂ ਬਰੀ ਹੋ ਗਏ, ਉਹਨੂੰ ਨਜਾਇਜ਼ ਹੀ ਅੰਦਰ ਰੱਖਿਆ। ਇਸ ਕਰਕੇ ਸਮਾਨਤਾ ਨਹੀਂ, ਇਹ ਕਹਿੰਦੇ ਅਸੀਂ ਸਾਰਿਆਂ ਨੂੰ ਸਨਮਾਨਤਾ ਕਰਦੇ, ਕੋਈ ਸਨਮਾਨਤਾ ਵਾਲੀ ਗੱਲ ਨਹੀਂ ਉਹ। ਅਤੇ ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਜਿੰਨੇ ਵੀ ਜ਼ਿਮੀਂਦਾਰ ਵੀਰ ਆ, ਕਿ ਜੇ ਸੰਘਰਸ਼ ਜਿੱਤਣਾ ਸਾਰੇ ਪਿੰਡਾਂ ਵਿੱਚੋਂ ਉੱਠ ਕੇ ਇੱਥੇ ਆਉਣ ਅਤੇ ਵੱਧ ਤੋਂ ਵੱਧ ਸਾਡੀ ਸਪੋਰਟ ਕਰਨ, ਤਾਂ ਕਿ ਅਸੀਂ ਇਹਨੂੰ ਜਿੱਤ ਸਕੀਏ ਇਸ ਸੰਘਰਸ਼ ਨੂੰ। ਇਹ ਤੋਂ ਮੈਂ ਹੋਰ ਤੁਹਾਨੂੰ ਦੱਸਦਾ ਕਿ ਪਿੱਛੇ 28 ਤਰੀਕ ਨੂੰ ਜਦੋਂ ਗੁੰਡਿਆਂ ਨੇ ਆਣ ਕੇ ਸਿੰਘੂ ਬਾਰਡਰ 'ਤੇ ਹਮਲਾ ਕੀਤਾ, ਉਹਦੇ ਵਿੱਚ ਸਿੰਘੂ ਬਾਰਡਰ ਦੇ ਵਿੱਚ ਸਾਡੇ ਕਈ ਵੀਰ ਜ਼ਖਮੀ ਹੋਏ। ਇੱਕ ਵੀਰ ਦਾ ਬਾਂਹ ਟੁੱਟ ਗਈ, ਹੰਸ ਟੁੱਟ ਗਿਆ। ਇਹਨਾਂ ਲੋਕਾਂ ਨੇ ਉੱਥੇ ਪੈਟਰੋਲ ਬੰਬ ਵੀ ਫੂਕੇ, ਪਰ ਸਾਡੇ ਬੰਦਿਆਂ ਦੇ ਇੰਨੀਆਂ ਸੱਟਾਂ ਲੱਗੀਆਂ, ਇਹ ਕਹਿੰਦੇ ਅਸੀਂ ਬਿਲਕੁਲ ਸੰਵਿਧਾਨ ਸਾਡਾ ਕਹਿੰਦਾ ਜੀ ਅਸੀਂ ਸਾਰਿਆਂ ਨੂੰ ਬਰਾਬਰ ਰੱਖਦੇ ਹਾਂ। ਸਾਡੇ ਬੰਦਿਆਂ ਤੇ ਕਿਸੇ ਤੇ ਕੇਸ, ਜਿਹੜੇ ਸਾਡੇ ਬੰਦਿਆਂ ਦੇ ਕੇਸ ਬਣਾਤੇ, ਜਿਨ੍ਹਾਂ ਨੇ ਸਾਡੇ ਤੇ ਹਮਲਾ ਕੀਤਾ, ਕਿਸੇ ਦੇ ਕੋਈ ਕੇਸ ਨਹੀਂ ਬਣਾਇਆ। ਅੱਛਾ, ਕਿਤੇ ਨਾ ਕਿਤੇ ਤੁਹਾਨੂੰ ਤੁਸੀਂ ਫੜੇ ਇਹੋ ਜਿਹੇ ਬੰਦੇ ਜਿਹੜੇ RSS ਦੇ ਆਏ ਸੀ? ਦੇਖੋ ਜੀ, ਜਿਹੜਾ ਅਸੀਂ ਗਏ ਨਾ, ਉਹ ਬੰਦਿਆਂ ਵਿਚਾਰੀਆਂ ਬਾਹਰ ਤੇ ਸਾਡਾ ਤਾਂ ਕੰਮ ਆ ਸੇਵਾ ਕਰਨਾ। ਦਵਾਈਆਂ ਲੈ ਕੇ ਅਸੀਂ ਪਹੁੰਚੇ ਆ ਉੱਥੇ, ਗਰਮ ਪੱਟੀਆਂ ਦੇਖਿਆ ਸੀ ਜਿਹਨਾਂ ਦੇ ਕਿਹੜੇ ਬੰਦੇ ਫੜੇ ਆ?
ਕਾਰਨ ਜਿਹੜੇ ਗਰਮ ਪੱਟੀਆਂ ਕਰਕੇ ਆਏ ਆ, ਪਰ ਜਦੋਂ ਉਹਨਾਂ ਦੀਆਂ ਫੋਟੋ ਤੁਹਾਡੇ ਸਾਹਮਣੇ ਹੋਈਆਂ ਵਾਇਰਲ ਹੋਈਆਂ, ਉਹ ਸਾਰੇ ਬੰਦੇ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਤੇ ਬਦਮਾਸ਼ ਤੇ ਗੁੰਡੇ ਆ। ਦੱਸੋ। ਮੈਂ ਦੱਸਦਾ ਜਿਹੜੇ ਨਾ ਬੰਦੇ ਅਸੀਂ ਸਪਸ਼ਟ ਸਾਡੇ ਕੈਂਪ ਦੇ ਸਾਹਮਣੇ 3 ਪੁਲਿਸ ਵਾਲੇ ਖੜੇ ਸੀ। ਹਾਂ, ਮੇਰੀ ਵਾਈਫ ਹੈ ਨੇ ਗੁੱਟ ਤੋਂ ਫੜਿਆ, ਨਾਲ ਮੁੰਡਾ ਹਰਵਿੰਦਰ ਖੁੱਡਾ ਸੀ, ਸਾਰੇ ਇਕੱਠੇ ਹੋ ਕੇ 3 ਬੰਦੇ ਫੜ ਕੇ ਪੁਲਿਸ ਵਾਲੇ ਅੰਦਰ ਆਉਂਦੇ ਸੀ। ਇੱਥੇ ਦੋਵਾਂ ਕੋ ਹਰਿਆਣਾ ਪੁਲਿਸ ਦੇ ਕਾਰਡ ਨਿਕਲੇ, ਇੱਕੋ ਕਾਰਡ ਨਹੀਂ ਨਿਕਲਿਆ, ਖਾਕੀ ਵਰਦੀ ਪਾਈ ਸੀ। ਕੁੰਡਲੀ ਥਾਣੇ ਦਾ ਮੁਨਸ਼ੀ ਬੁਲਾਇਆ, ਉਹਦੀ ਮੁਨਸ਼ੀ ਦੀ ਵੀਡੀਓਗ੍ਰਾਫੀ ਬਣਾਈ, ਉਹਦੇ ਆਈ ਕਾਰਡ ਦੀ ਬਣਾਈ, ਉਹ ਬੰਦੇ ਦੀ ਬਣਾਈ। ਸਾਡੇ ਸਤਪਾਲ ਸਿੰਘ ਮਿਰਜ਼ਾਪੁਰ ਕੋ ਵੀਡੀਓਗ੍ਰਾਫੀ ਹੈਗੀ ਏ। ਫਿਰ ਬੰਦਾ ਛੱਡਿਆ, ਉਹ ਕਹਿੰਦਾ ਅਸੀਂ ਪੁਲਿਸ ਬੰਦੇ ਰੱਖਦੀ ਹੈ, ਜਿਹਨੂੰ ਅਸੀਂ ਕੋਈ ਕਾਰਡ ਨਹੀਂ ਪ੍ਰੋਵਾਈਡ ਕਰਦੇ, ਇੱਦਾਂ ਹੀ ਰੱਖਦੇ ਹਾਂ ਕਾਕੀ ਕੱਪੜੇ ਪਾ ਕੇ। ਬਟ ਉਹ ਕੋਈ ਸਪਸ਼ਟੀਕਰਨ ਨਹੀਂ ਸੀ। ਉਹ ਬੰਦਾ ਆਰਐਸ ਦਾ ਸੀ, ਜਿਹੜਾ ਪੁਲਿਸ ਦੀ ਸ਼ਹਿਰ ਨਾਲ ਆਇਆ ਸੀ ਤੇ ਉਹਨੇ ਕੋਈ ਕੰਮ ਕਰਨਾ ਸੀ, ਕਿਉਂਕਿ ਪੁਲਿਸ ਵਿੱਚ ਕੁਝ ਤੇ ਜ਼ਮੀਰਾਂ ਵਾਲੇ ਲੋਕ ਰਜਾਈਨ ਦੇ ਜਾਂਦੇ ਆ ਤੇ ਕੁਝ ਨਹੀਂ ਦਿੰਦੇ। ਉਹ ਫਿਰ ਉਹਨਾਂ ਨੂੰ ਮਜਬੂਰੀ 'ਚ ਆਉਣਾ ਪੈਂਦਾ। ਇਹ ਵਰਬਲੀ ਆਰਡਰ ਹੁੰਦੇ ਆ। ਇਹ ਤੁਸੀਂ ਜਦੋਂ ਮਰਜ਼ੀ ਸਾਡੇ ਕੋਲ ਵੀਡੀਓਗ੍ਰਾਫੀ ਵੇਖ ਲਓ, ਚ ਕਿਹੜੀ ਗੱਲ ਆ, ਆਪਾਂ ਤੁਹਾਨੂੰ ਤੁਹਾਡੇ ਫੋਨ ਤੇ ਭਜਵਾ ਦਾਂਗੇ, ਠੀਕ ਹੈ ਨਾ। ਤੇ ਉਹ ਅੱਜ ਤੱਕ ਵੀ ਪੁਲਿਸ ਕੋਲ ਜਵਾਬ ਨਹੀਂ ਦੇ ਸਕੀ ਕੌਣ ਸੀ ਆਰਐਸ ਦਾ ਬੰਦਾ। ਹੋਰ ਇੱਕ ਮਿਲ ਜਾ ਥੋੜਾ, ਬਾਕੀ ਲੱਖਾਂ ਨਹੀਂ ਮਿਲਦੇ, ਭੱਜ ਜਾਂਦੇ ਆ। ਬਾਕੀ ਤੁਹਾਨੂੰ ਮੈਂ ਫੋਟੋ ਭੇਜ ਦੂੰਗਾ, ਜਿਹੜੀ ਫੋਟੋ ਹੈਗੀਆਂ ਨੇ, ਆਹ ਪ੍ਰੂਫ ਸਾਡੇ ਕੋਲ ਹੈਗਾ, ਠੀਕ ਨਹੀਂ ਗੱਲ। ਬਾਕੀ ਇਹ ਗੱਲ ਮੇਨ ਆ ਵੀ ਗਵਰਨਮੈਂਟ ਨੂੰ ਇਹ ਸੰਘਰਸ਼ ਖਤਮ ਕਰਨਾ ਚਾਹੀਦਾ ਸੀਗਾ। ਇਹਦੇ ਨਾਲ ਮਾੜਾ ਮੈਸੇਜ ਆ ਰਿਹਾ ਤੇ ਗਵਰਨਮੈਂਟ ਦੀ ਕੱਲ੍ਹ ਦੀ ਅਖਬਾਰ ਅਨੁਸਾਰ 30% ਲੋਕਪ੍ਰਿਅਤਾ ਘਟ ਗਈ ਆ। ਤੇ ਬਾਕੀ ਅਸੀਂ ਤੇ ਜਾ ਕੇ ਦੇਸ਼ ਦਾ ਢਿੱਡ ਭਰਿਆ। ਸਨ 66 'ਚ ਸ਼ਸਤਰੀ ਪ੍ਰਧਾਨ ਮੰਤਰੀ ਕੁਰਸੀ ਨਹੀਂ ਮਿਲੀ ਅਮਰੀਕਾ ਦੇ ਵਿੱਚ, ਬੈਨ ਨੂੰ 8 ਘੰਟੇ ਵੇਟ ਕਰਨੀ ਪਈ ਸੀ, ਨਾਜ ਲੈਣ ਗਿਆ ਸੀ ਤੇ ਆ ਕੇ ਉਹਨੇ ਜੈ ਜਵਾਨ ਜੈ ਕਿਸਾਨ ਨਾਅਰਾ ਲਾਇਆ। ਤੇ ਇਸੇ ਮੋਦੀ ਦੇ ਇਲਾਕੇ ਦੇ ਵਿੱਚ ਸਾਡੇ ਸਨ 65 'ਚ ਪੰਜਾਬ ਦੇ ਕਿਸਾਨ ਲਿਆ ਕੇ ਬਿਠਾਏ ਆ ਭੁੱਜ ਇਲਾਕੇ 'ਚ। ਹੁਣ ਤੀਜੀ ਪੀੜ੍ਹੀ ਤੋਂ ਜ਼ਮੀਨਾਂ ਖੋਣ ਡੇ ਕੋ, ਤੇ ਸਾਡੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਉਲਟਾ ਇਹਨਾਂ ਦੀ ਮਦਦ ਕੀਤੀ। ਅੱਜ ਤੱਕ ਵੀ ਉਹ ਕਿਸਾਨ ਜਿੱਤ ਗਏ ਹਾਈ ਕੋਰਟ 'ਚੋਂ, ਤੇ ਇਹਨੇ ਸੁਪਰੀਮ ਕੋਰਟ 'ਚ ਕੇਸ ਪਾਇਆ ਹੁੰਦੇ ਐਂਟੀ, ਠੀਕ ਹੈ ਨਾ। ਗੋਦਰਾ ਕਾਂਡ ਹੋਇਆ, ਅੱਜ ਤੱਕ ਕੋਈ ਬੰਦਾ ਕੋ ਲੱਭਿਆ, ਠੀਕ ਹੈ। ਜੰਮੂ 'ਚ ਪੰਜਾਬੀ ਖਤਮ ਕੀਤੀ, ਕਿਸੇ ਨੇ ਉਹਦੀ ਆਵਾਜ਼ ਨਹੀਂ ਉਠਾਈ, ਠੀਕ ਹੈ ਨਾ। ਜੇ ਕਸ਼ਮੀਰ ਨੂੰ ਤੋੜਿਆ ਤੇ ਕੋਈ ਆਵਾਜ਼ ਨਹੀਂ ਉਠਾਈ। ਹਰ ਬੰਦਾ ਰਾਈਟ ਤੁਹਾਨੂੰ ਪੁੱਛ ਲਓ, ਧੱਕੇ ਨਾਲ ਕਿਵੇਂ ਤੋੜਦਾ, ਮੈਂ ਤੁਹਾਨੂੰ ਕਿਵੇਂ ਤੋੜ ਦੂੰ, ਠੀਕ ਨਹੀਂ ਗੱਲ। ਇਸੇ ਤਰ੍ਹਾਂ ਹੀ ਮਤਲਬ ਵੀ ਆਹ ਜਿਹੜਾ ਪੰਜਾਬ ਦਾ ਮਸਲਾ ਆ, ਇਹ ਵੀ ਐਵੇਂ ਹੀ ਉਠਾਇਆ ਇਹਨਾਂ ਨੇ। ਆ ਜਿਹੜਾ ਐਸਵੀਐਲ ਦਾ ਮਸਲਾ ਵੀ ਕੋਈ ਮਸਲਾ ਨਹੀਂ ਗਾ ਪਾਣੀ ਦਾ। 2 ਸਟੇਟਾਂ ਨੂੰ 2 ਕਰਨ ਦੀ ਲੋੜ, 1 ਸਟੇਟ ਕਰ ਦਿਓ ਸੇਮ ਇੱਕ। ਹੁਣ ਜੇ ਆਪੇ ਮਸਲਾ ਹੱਲ ਹੋ ਜੇ ਬਰਨ ਦੀ ਦਵਾ ਟੁੱਟ ਸਕਦੀ, ਜਰਮਨ ਦੇ ਵਿੱਚ ਇਹ ਟੁੱਟ ਨਹੀਂ ਸਕਦੀ। ਇਹ ਸਾਨੂੰ ਲੜਾਇਆ ਹੈ ਜੀ। ਹਮ ਹਰਿਆਣੇ ਪੰਜਾਬੀ ਨਹੀਂ, ਸਾਰੇ ਪੰਜਾਬੀ ਹੈ, ਸਾਰੇ ਹਿੰਦੁਸਤਾਨ, ਸਾਰੇ ਭਾਰਤੀ ਆ। ਮੇਰੀ ਗੱਲ ਸਮਝਦੇ ਨਾ। ਤੇ ਕਾਨੂੰਨ ਨੂੰ ਕੈਂਸਲ ਕਰਨਾ ਚਾਹੀਦਾ, ਇਹਦਾ ਰਾਈਟ ਹੈ ਨਹੀਂ। 14 ਤੇ 28 ਸੂਚੀ ਮਿਲਾ ਕੇ ਪੜੀਏ, ਰਾਈਟ ਹੈ ਨਹੀਂ। ਹਾਂਜੀ, ਤੁਸੀਂ ਪਹਿਲਾਂ ਮੈਂ ਤੁਹਾਡਾ ਨਾਮ ਭੁੱਲ ਗਿਆ, ਨਾਂ ਦੱਸੋ। ਮੇਰਾ ਨਾਮ ਗੁਰਸਿਮਰਤ ਕੌਰ ਪੁੱਤਰੀ ਰਾਜਪਾਲ ਸਿੰਘ। ਗੁਰਸਿਮਰਤ ਜੀ, ਤੁਸੀਂ ਜਿਹੜੇ ਕਾਲੇ ਕਾਨੂੰਨ ਹੈ, ਹੁਣ ਤੁਹਾਡੀ ਉਮਰ ਵੀ 11 ਸਾਲ ਹੈ। ਹੁਣ ਕਾਫੀ ਜਿਹੜੇ 11 ਸਾਲ ਦੇ ਬੱਚੇ ਉਹਨਾਂ ਨੂੰ ਤਾਂ ਕਾਨੂੰਨ ਪਤਾ ਨਹੀਂ ਹੈ, ਲੇਕਿਨ ਤੁਹਾਡੇ ਉੱਤੇ ਬਾਬੇ ਦੀ ਮਿਹਰ ਹੈ। ਇਸੇ ਤਰ੍ਹਾਂ ਹੀ ਤੁਹਾਡੇ ਉੱਤੇ ਬਾਬੇ ਦੀ ਮਿਹਰ ਹੋਣ। ਤੇ ਕਾਲੇ ਕਾਨੂੰਨ ਜਿਹੜੇ ਹੈਗੇ, ਤੁਸੀਂ ਥੋੜਾ ਐਕਸਪਲੇਨ ਕਰਿਓ। ਤੇ ਤੁਸੀਂ ਜਿਹੜੀ ਤੁਹਾਡੇ ਉਮਰ ਦੇ ਯੂਥ ਦੇ ਬੱਚੇ ਆ ਉਹਨਾਂ ਨੂੰ ਵੀ ਥੋੜਾ ਦੱਸਿਓ। ਅਗਰ ਇਹ ਕਾਨੂੰਨ ਲਾਗੂ ਹੋ ਜਾਂਦੇ ਨੇ ਤਾਂ ਮਤਲਬ ਜਦੋਂ ਇਹ ਪ੍ਰਾਈਵੇਟ ਕੰਪਨੀਆਂ ਆ ਗਈਆਂ, ਜਦੋਂ ਕਾਨੂੰਨ ਇਹ ਲਾਗੂ ਹੋ ਗਏ ਤਾਂ ਇਹਨਾਂ 2 ਸਾਲ ਮਤਲਬ ਕਿ ਸਾਨੂੰ ਵੱਧ ਰੇਟ 'ਤੇ ਸਾਡੇ ਤੋਂ ਫਸਲ ਖਰੀਦਣੀ ਆ, ਸਾਡੇ ਤੋਂ ਵੱਧ ਰੇਟ 'ਤੇ ਫਸਲ ਖਰੀਦਣਗੇ। ਤੇ ਇੱਦਾਂ ਸਰਕਾਰੀ ਮੰਡੀਆਂ ਜਿਹੜੀਆਂ ਨੇ ਨਾ, ਉਹਨਾਂ ਨੇ ਆਪਣਾ ਵਪਾਰ ਬੰਦ ਕਰ ਦੇਣਾ, ਕਿਉਂਕਿ ਸਰਕਾਰੀ ਮੰਡੀਆਂ 'ਤੇ ਟੈਕਸ ਲੱਗਿਆ ਹੋਣਾ ਤੇ ਪ੍ਰਾਈਵੇਟ ਕੰਪਨੀਆਂ 'ਤੇ ਟੈਕਸ ਜੋ ਹੈ ਨਹੀਂ ਹੋਣਾ। ਤੇ ਇਸ ਕਰਕੇ ਮਜਬੂਰੀ 'ਚ ਸਰਕਾਰੀ ਮੰਡੀਆਂ ਨੂੰ ਆਪਣਾ ਵਪਾਰ ਬੰਦ ਕਰਨਾ ਪੈਣਾ। ਇਹ ਵੇਖਦੇ ਆ ਪ੍ਰਾਈਵੇਟ ਕੰਪਨੀਆਂ ਨੇ 2 ਸਾਲ ਬਾਅਦ ਰੇਟ ਡਾਊਨ ਕਰ ਦੇਣਾ, ਸਾਡਾ ਬਿਹਾਰ ਯੂਪੀ ਵਰਗਾ ਹਾਲ ਕਰ ਦੇਣਾ ਆ। ਅਸੀਂ ਐਸਡੀਐਮ ਜਾਂ ਡੀਸੀ ਤੋਂ ਜਾਵਾਂਗੇ, ਕਿਉਂਕਿ ਸਾਨੂੰ ਕੋਰਟ 'ਚ ਇਹਨਾਂ ਨੇ ਕਾਨੂੰਨ 'ਚ ਲਿਖਿਆ, ਕੋਰਟ 'ਚ ਸਾਨੂੰ ਜਾਣ 'ਤੇ ਮਨਾਹੀ ਕਰਤੀ, ਸਾਨੂੰ ਕੋਰਟ 'ਚ ਜਾਣ 'ਤੇ ਇਹਨਾਂ ਨੇ ਸਜ਼ਾ ਲਾ ਦਿੱਤੀ ਹੋਈ ਹੈ। ਤੇ ਅਸੀਂ ਐਸਡੀਐਮ ਜਾਂ ਡੀਸੀ ਤੋਂ ਜਾਵਾਂਗੇ, ਜੋ ਕਿ ਪੋਲੀਟਿਕਸ ਦੇ ਅੰਡਰ ਹੁੰਦੇ ਨੇ। ਅਗਰ ਸਬੂਤ ਚਾਹੀਦਾ, ਸਬੂਤ ਦੇ ਵੀ ਸਕਦੇ ਆ। ਉਹ ਪੋਲੀਟਿਕਸ ਦੇ ਦਬਾਅ ਨਾਲ ਜਾਂ ਕਿਸੇ ਤੋਂ ਪੈਸਾ ਖਾ ਕੇ ਉਹਨਾਂ ਪ੍ਰਾਈਵੇਟ ਕੰਪਨੀਆਂ ਦੇ ਹੱਕ 'ਚ ਫੈਸਲਾ ਲੈ ਹੀ ਲੈਣਾ ਆ, ਕਿਉਂਕਿ ਉਹਨਾਂ ਤੇ ਪੋਲੀਟਿਕਸ ਦੀ ਮਤਲਬ ਕਿ ਪ੍ਰੈਸ਼ਰ ਹੁੰਦਾ ਉਹਨਾਂ 'ਤੇ ਪੋਲੀਟਿਕਸ ਦਾ। ਤੇ ਇਹ ਕਹਿੰਦੇ ਕੁਰਕੀ ਨਹੀਂ ਹੋ ਸਕਦੀ, ਵਿੱਚ ਧਾਰਾ 14 CPC 1908 ਜੋੜੀ, ਜਿੰਦਾ ਸਾਫ਼-ਸਾਫ਼ ਮਤਲਬ ਕਿ ਕੁਰਕੀ ਹੋ ਹੀ ਜਾਣੀ ਆ। ਇਹਨਾਂ ਨੇ
ਕਾਨੂੰਨ ਇਸ ਤਰ੍ਹਾਂ ਘੋਲ ਮਿਲਾ ਕੇ ਬਣਾਏ ਆ ਕਿ ਅਗਰ ਕੋਈ ਪੜੂਗਾ ਉਹਨੂੰ ਸਮਝ ਹੀ ਨਹੀਂ ਆਉਂਦਾ ਕਿ ਕਾਨੂੰਨ ਹੈ ਕੀ ਨੇ, ਮਤਲਬ ਕਿ ਇਸ ਹਿਸਾਬ ਨਾਲ ਬਣਾਏ ਹੋਏ ਨੇ ਇਹਨਾਂ ਨੇ ਕਾਨੂੰਨ, ਇਹ ਜਿਹੜੀ ਗੰਦੀ ਸਰਕਾਰ ਨੇ। ਤੇ ਅਗਰ ਐਂਟਰੀ ਸੂਚੀ 14 ਤੇ 28 ਨੂੰ ਮਿਲਾ ਕੇ ਪੜ੍ਹੀਏ ਤਾਂ ਉਹ ਖੇਤੀ ਰਾਜਾਂ ਦਾ ਵਿਸ਼ਾ ਹੈ, ਇਹ ਸੈਂਟਰ ਦਾ ਵਿਸ਼ਾ ਜੋ ਹੈ ਨਹੀਂ ਹੈ। ਇਹ ਖੇਤੀ ਰਾਜਾਂ ਦਾ ਵਿਸ਼ਾ, ਸੈਂਟਰ ਦਾ ਵਿਸ਼ਾ ਬਿਲਕੁਲ ਵੀ ਨਹੀਂ ਆ। ਜਦੋਂ 2013 ਚ ਸੈਂਟਰ ਨੇ ਪੂਰੇ ਦੇਸ਼ ਲਈ, ਭਾਰਤ ਲਈ ਭੂਮੀ ਗ੍ਰਹਿਣ ਐਕਟ ਬਣਾਇਆ ਸੀ ਤਾਂ ਮੋਦੀ ਮੰਨਿਆ ਨਹੀਂ ਸੀ। ਫਿਰ ਸੋਧ ਪ੍ਰਸਤਾਵ ਕਰਾ ਕੇ ਤੇ ਰਾਸ਼ਟਰਪਤੀ ਤੋਂ ਸਾਈਨ ਕਰਵਾ ਕੇ ਮੋਦੀ ਨੇ ਫਿਰ 2015 ਚ ਗੁਜਰਾਤ 'ਚ ਭੂਮੀ ਗ੍ਰਹਿਣ ਐਕਟ ਲਾਗੂ ਹੋਇਆ ਸੀ। ਤਦ ਇਹ ਨਰਿੰਦਰ ਮੋਦੀ ਜੋ ਕਿ ਗੁਜਰਾਤ 'ਚ CM ਸੀ, ਉਦੋਂ ਇਹਨੇ 14 ਤੇ 28 ਜਿਹੜੀ ਸੂਚੀ ਉਹ ਮੰਨ ਲਈ ਐਂਟਰੀ ਸੂਚੀ, ਤੇ ਸਾਡੇ ਵਾਰੀ ਕਹਿੰਦਾ ਤੁਸੀਂ ਮੰਨ ਲਓ। ਜਦ ਇਹ ਆਪ ਨਹੀਂ ਸੀ ਮੰਨਿਆ ਤੇ ਸਾਨੂੰ ਕਿਹੜੇ ਮੂੰਹ ਕਹਿੰਦੇ ਆ ਕਿ ਤੁਸੀਂ ਇਹ ਮੰਨ ਲਓ ਕਾਨੂੰਨ। ਇਹ ਕਹਿੰਦੇ ਸਾਨੂੰ ਦੱਸੋ ਕਿ ਇਹ ਸਾਨੂੰ ਪੁੱਛਦੇ ਕਿ ਤੁਸੀਂ ਦੱਸੋ ਕਿ ਇਹਨਾਂ ਕਾਨੂੰਨਾਂ 'ਚ ਕਾਲਾ ਕੀ ਆ। ਅਸੀਂ ਇਹਨਾਂ ਨੂੰ ਪੁੱਛਦੇ ਤੂੰ ਆਪ ਹੀ ਦੱਸ ਦੇ ਇਹਨਾਂ ਕਾਨੂੰਨਾਂ 'ਚ ਚਿੱਟਾ ਕੀ ਆ। ਇਹ ਕਾਨੂੰਨਾਂ 'ਚ ਚਿੱਟਾ ਹੈ ਹੀ ਨਹੀਂ, ਸਾਰੇ ਕਾਲੇ ਆ। ਅਗਰ ਇਹ ਮਤਲਬ ਕਿ ਜੋ ਹਾਈ ਕੋਰਟ ਦੇ ਮਤਲਬ ਕਿ ਵਕੀਲਾਂ ਨੇ ਪੜ੍ਹਿਆ ਤੇ ਉਹਨਾਂ ਨੇ ਕਿਹਾ ਅਸੀਂ ਪੜ੍ਹ ਕੇ ਵੇਖਿਆ ਕਾਨੂੰਨ ਜੋ ਨੇ ਪੂਰੇ ਗਲਤ ਨੇ, ਕਿਸਾਨਾਂ ਵਾਸਤੇ ਬਰਬਾਦੀ ਦੀ ਇਹ ਪੂਰੀ ਨਿਸ਼ਾਨੀ ਆ ਕਾਨੂੰਨ। ਤੇ ਇਸ ਕਰਕੇ ਮੈਂ ਮੋਦੀ ਸਰਕਾਰ ਨੂੰ ਕਹਾਂਗੀ ਕਿ ਇਹ ਕਾਨੂੰਨ ਜਲਦੀ ਤੋਂ ਜਲਦੀ ਰੱਦ ਕਰ। ਇਹ ਨਾ ਸਮਝ ਕੇ ਅਸੀਂ ਭੱਜਾਂਗੇ, ਅਸੀਂ ਉਹਨਾਂ ਦੇ ਵਾਰਸ ਆ ਜਿਹੜੇ ਜਿੱਤਦੇ ਆ ਜਾਂ ਸ਼ਹੀਦੀਆਂ ਪਾਉਂਦੇ ਨੇ। ਮਤਲਬ ਕਿ ਸਾਨੂੰ ਹਾਰਨਾ ਕਬੂਲ ਨਹੀਂ ਤੇ ਨਾ ਸਾਨੂੰ ਹਾਰਨਾ ਆਉਂਦਾ ਤੇ ਨਾ ਅਸੀਂ ਕਦੇ ਕਿਸੇ ਤੋਂ ਸਿੱਖਿਆ ਕਿ ਕਿਵੇਂ ਹਾਰੀਦਾ। ਅਸੀਂ ਜਾਂ ਜਿੱਤਾਂਗੇ ਜਾਂ ਸ਼ਹੀਦੀਆਂ ਪਾਵਾਂਗੇ ਤੇ ਅਸੀਂ ਇਹਨਾਂ ਦੀ ਗੁਲਾਮੀ ਜੋ ਆ ਕਬੂਲ ਬਿਲਕੁਲ ਵੀ ਨਹੀਂ ਕਰਾਂਗੇ ਔਰ ਕਾਨੂੰਨ ਜੋ ਨੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਜਾਵਾਂਗੇ। ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਇਸ ਸੰਘਰਸ਼ ਵਿੱਚ ਜ਼ਰੂਰ ਪਹੁੰਚੋ, ਕਿਉਂਕਿ ਇਹ ਸੰਘਰਸ਼ ਸਿਰਫ ਵੀਰਾਂ ਦਾ ਨਹੀਂ, ਇਹ ਸੰਘਰਸ਼ ਭੈਣਾਂ, ਬੀਬੀਆਂ, ਮਾਤਾਵਾਂ, ਬੱਚਿਆਂ ਦਾ, ਸਾਰਿਆਂ ਦਾ, ਮਜ਼ਦੂਰਾਂ, ਆੜ੍ਹਤੀਆਂ, ਹਰ ਇੱਕ ਵਰਗ ਦਾ ਇਹ ਸੰਘਰਸ਼ ਆ। ਕਿਉਂਕਿ ਅਗਰ ਇਹ ਕਾਨੂੰਨ ਲਾਗੂ ਹੋ ਗਏ ਤਾਂ ਹਰ ਇੱਕ ਦਾ ਖਾਤਮਾ ਹੋ ਜਾਵੇਗਾ। ਸਭ ਤੋਂ ਪਹਿਲਾਂ ਤਾਂ ਮਜ਼ਦੂਰ ਮਰ ਜਾਣਾ, ਸੈਕਿੰਡ ਆੜ੍ਹਤੀਆ ਤਾਂ ਵਪਾਰੀ ਇਕੱਠਾ ਹੀ ਮਰ ਜਾਣਾ ਆ। ਕਿਸਾਨਾਂ ਦੀ ਤਾਂ ਕੋਈ ਲੂਣ ਤੋਂ ਰੋਟੀ ਖੋ ਨਹੀਂ ਸਕਦਾ। ਤਾਂ ਮੈਂ ਇਸ ਕਰਕੇ ਹਰ ਇੱਕ ਵਰਗ ਨੂੰ, ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਜ਼ਰੂਰ ਇਸ ਸੰਘਰਸ਼ ਵਿੱਚ ਪਹੁੰਚੋ। ਤਾਂ ਤੁਹਾਡੇ ਹਰ ਇੱਕ ਸਰੀਰ ਦੀ, ਇੱਕ ਸਰੀਰ ਦੀ ਇੱਥੇ ਬਹੁਤ ਸਹਿਯੋਗ ਦੀ ਲੋੜ ਹੈ। ਇਸੇ ਤਰ੍ਹਾਂ ਹੀ ਅਸੀਂ ਹੁਣ ਹੋਰ ਵੀ ਲੋਕਾਂ ਨਾਲ ਗੱਲ ਕਰਾਂਗੇ ਕਿ ਉਹਨਾਂ ਦੇ ਕੀ ਵਿਚਾਰ ਹੈ। ਨਾਰੇ ਲਾ ਦਿਓ। ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰੀ ਲਹਿ ਜਾਂਦੀ, ਤਸਵੀਰ ਬਦਲਦੀ ਕੌਮਾਂ ਦੀ। ਜਿਉਂ ਸਾਡੀਆਂ ਸ਼ਹੀਦੀਆਂ ਹੋਣਗੀਆਂ, ਜਿਉਂ ਸ਼ਹੀਦੀਆਂ ਹੋਣਗੀਆਂ, ਸਾਡਾ ਸੰਘਰਸ਼ ਚੜ੍ਹਦੀ ਕਲਾ 'ਚ ਜਾਊਗਾ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੜਦਾ ਅਸੀਂ ਦੂਣੇ ਸੁਆਣੇ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।